23 मई का दिन जिथे कि वैनकूवर की बंदरगाह से मुसाफिरां नूं उतरन न दिता गया तो 23 जुलाई तक वो इन्हां पाणियां दे विच रुके रहे। जिन्ना तशद्दद होया वो ऐसा कलंक ते दुखांत है जिसनूं लैके हर किस दा हिरदा फलूंदरिया जांदा है। लंबे संघर्ष तो बाद कैनेडा की पार्लीमेंट दे विच मौजूदा प्रधानमंत्री जस्टिन ट्रूडो ने उसकी बकायदा माफ़ी मंगी, पर क्योंकि हुण वड्डे पद्धर ते देश के प्रधानमंत्री वालों इस गल की ना सिर्फ माफ़ी मंगी गई बल्कि उस समय दीयां ज़ियादतियां ते यह भी कहा गया कि वह नस्लवाद सी जिहड़ा कि बड़ा दर्दनाक सी। सवाल तो यह है कि वह गल नूं करदिआं नाल यह भी कहो कि मौजूदा समय जो संकट है उस दे बारे भी असीं बोलदे हां, इतिहास दीयां गल्लां करनियां ते उन्हां ते माफ़ियां मंगा लैणियां ठीक है, पर हुण जो कर रहे हैं कि इन्हां वास्ते 100 साल मगरों साडे आके बच्चे माफ़ियां मंगाउणगे। हुण भी अजे जिहड़े वख-वख पद्धर ते लोग अपने कार्ज निभा रहे हैं वो चाहुंदे ने कि कामागाटा मारू दे बारे होर भी माफ़ी मंगी जाए, जां हुण जिहड़ा मौजूदा समय नस्लवाद है जां इहो जिहे ऑर्डीनेंस इहो जिहे बिल इहो जिहे कानून बन रहे हैं उन्हां बारे कदों बोलांगे। 100 साल पहलां दे मसले बारे बोलना सौखा है पर वर्तमान बारे बोलना बड़ा औखा है। देखो ये संकट जिहड़ा कामागाटा मारू दा कैनेडा की धरती नाल ना जुड़िया एक पासियों कि इन्हां नूं जदों वापस मुड़िया गया उस तो बाद भारत की धरती नाल भी जुड़िया। कलकत्ता च जिथे बज-बज घाट ते गोलियां चलाईयां गईयां इत्थों तो मुड़े ही गए, उत्थे शहीद भी किए गए मुसाफिर। देखो गल सुना कि कामागाटा मारू का दुखांत जे थोड़ी जी गल कर लीए कि भी बहुत वड्डी ज्यादती सीगी, नस्लवादी घटना सीगी, प्रधानमंत्री जस्टिन ट्रूडो खुद स्वीकार कर चुके हैं। समूह दर्शकों का आवाज़े पंजाब प्रोग्राम च स्वागत है। चैनल पंजाबी ग्लोबल पंजाब ते इसका प्रसारण तुसीं रोज़ाना देखते हो, तहे दिलों धन्नवाद करते हाँ। कहते हैं कि ਸਾਹਿਤਕਾਰ किसी कौम का सरमाया होंदे ने। ਜਦੋਂ ਅਸੀਂ ਸਾਹਿਤਕਾਰਾਂ ਦੀ ਸ਼ਖਸੀਅਤ ਬਾਰੇ ਜਾਂ ਉਹਨਾਂ ਦੀ ਦੇਣ ਬਾਰੇ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਹੈ, ਖਾਸ ਤੌਰ ਤੇ ਉਹ ਲੋਕ ਜਿਹੜੇ ਜੀਵਨ ਭਰ ਕੌਮ ਨੂੰ ਜਗਾਉਣ ਦੀ ਗੱਲ ਕਰਦੇ ਨੇ ਜਾਂ ਸਮਾਜ ਨੂੰ ਸੁਧਾਰਨ ਦੀ ਗੱਲ ਕਰਦੇ ਨੇ। ਇੱਕ ਐਸੇ ਹੀ ਸਾਹਿਤਕਾਰ ਸਾਡੇ ਵਿਚਕਾਰ ਨਹੀਂ ਰਹੇ, ਉਹਨਾਂ ਦਾ ਨਾਂ ਸੀ ਜੀਵਨ ਸਿੰਘ ਮਾਂਗਟ ਰਾਮਪੁਰੀ ਸਾਹਿਬ। ਜੀਵਨ ਰਾਮਪੁਰੀ ਇੱਕ ਐਸੀ ਸ਼ਖਸੀਅਤ ਜਿਨ੍ਹਾਂ ਨੂੰ ਅਸੀਂ ਅਕਸਰ ਸਾਹਿਤ ਇਕੱਠਾਂ ਦੇ ਵਿੱਚ ਵੀ ਵੇਖਦੇ ਸੀ, ਜਿਨ੍ਹਾਂ ਨੇ ਬਹੁਤ ਸਾਦ ਮੁਰਾਦੀ ਸ਼ਖਸੀਅਤ ਦੇ ਤੌਰ ਤੇ ਸਭ ਤੋਂ ਸਤਿਕਾਰ ਵੀ ਹਾਸਲ ਕੀਤਾ। ਲੰਮਾ ਸਮਾਂ ਉਹਨਾਂ ਦਾ ਸਟਰਗਲ ਰਿਹਾ ਪੰਜਾਬ 'ਚ, ਜਿੱਥੇ ਉਹਨਾਂ ਨੇ ਰਾਮਪੁਰ ਤੋਂ ਆਪਣਾ ਜੀਵਨ ਸਫ਼ਰ ਆਰੰਭ ਕੀਤਾ ਤੇ ਉਸ ਤੋਂ ਬਾਅਦ ਵੱਖ-ਵੱਖ ਦੇਸ਼ਾਂ ਦਿਸ਼ਾਂਦਰਾਂ 'ਚ ਤੁਰਦੇ ਫਿਰਦੇ ਬਾਅਦ 'ਚ ਕੈਨੇਡਾ ਆਏ। ਕੈਨੇਡਾ ਆ ਕੇ ਵੀ ਉਹਨਾਂ ਨੇ ਐਜੂਕੇਸ਼ਨ ਦਾ ਖੇਤਰ ਚੁਣਿਆ। ESL ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹਨਾਂ ਕੋਰਸਾਂ ਦੀ ਗੱਲ ਕਰਦੇ ਹਾਂ ਤੇ ਇੱਕ ਅਧਿਆਪਕ ਦੇ ਤੌਰ ਤੇ ਜੀਵਨ ਰਾਮਪੁਰੀ ਹੋਰਾਂ ਦੀ ਵਿਲੱਖਣ ਭੂਮਿਕਾ ਸੀ। ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਇਸ BC ਦੀ ਧਰਤੀ 'ਚ ਆ ਕੇ ਜਿੱਥੇ ਸਰੀ ਲੈਂਗਲੀ ਇਹਨਾਂ ਇਲਾਕਿਆਂ 'ਚ ਰਹਿੰਦਿਆਂ ਹੋਇਆਂ ਵੱਖ-ਵੱਖ ਸਾਹਿਤ ਸਭਾਵਾਂ ਦੇ ਵਿੱਚ ਜਾ ਕੇ ਹਮੇਸ਼ਾ ਚੰਗਾ ਸੁਨੇਹਾ ਦੇਣਾ। ਪਿਛਲੇ ਦਿਨੀ ਉਹਨਾਂ ਦੇ ਨਾਲ ਮੁਲਾਕਾਤ ਦਾ ਮੌਕਾ ਵੀ ਮਿਲਿਆ। ਜਦੋਂ ਜੂਨ ਦੀ ਗੱਲ ਆਉਂਦੀ ਹੈ, ਜੂਨ 84 ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੀ ਇੱਕ ਕਿਤਾਬ ਪੰਜਾਬ ਦਾ ਸੰਤਾਪ, ਜਿਸ ਨੂੰ ਰਿਲੀਜ਼ ਕਰਨ ਦਾ ਵੀ ਕੁਝ ਵਰੇ ਪਹਿਲਾਂ ਸੁਭਾਗ ਮਿਲਿਆ ਸੀ, ਉਸ ਦੇ ਵਿੱਚ ਉਹਨਾਂ ਨੇ ਬੜਾ ਦਰਦ ਬਿਆਨ ਕੀਤਾ। ਇਸ ਤੋਂ ਇਲਾਵਾ ਕਈ ਹੋਰ ਪੁਸਤਕਾਂ ਲਿਖੀਆਂ। ਜੀਵਨ ਰਾਮਪੁਰੀ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ। ਸਾਨੂੰ ਅਫਸੋਸ ਹੈ, ਇਹੋ ਜਿਹੀਆਂ ਸ਼ਖਸੀਅਤਾਂ ਸਤਿਕਾਰ ਦੇ ਪਾਤਰ ਸਾਡੇ ਇਹ ਸਾਹਿਤਕਾਰ, ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਲੋੜ ਹੈ ਅਤੇ ਹਮੇਸ਼ਾ ਹੀ ਆਪਣੀਆਂ ਲਿਖਤਾਂ ਦੇ ਰਾਹੀਂ ਉਹ ਲੋਕਾਂ 'ਚ ਜਿਉਂਦੇ ਰਹਿਣਗੇ। ਸੋ ਉਹਨਾਂ ਨੂੰ ਇੱਕ ਸ਼ਰਧਾਂਜਲੀ ਭੇਟ ਕਰਦੇ ਹੋਏ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਹਮੇਸ਼ਾ ਹੀ ਉਹਨਾਂ ਦਾ ਪਿਆਰ ਅਤੇ ਉਹਨਾਂ ਦਾ ਸਤਿਕਾਰ ਕਾਇਮ ਰਹੇਗਾ। ਜੀਵਨ ਸਿੰਘ ਰਾਮਪੁਰੀ ਹੋਰਾਂ ਨੂੰ ਅਲਵਿਦਾ ਜਿਹੜੀ ਹੈ ਉਹ ਅੱਜ ਅਸੀਂ ਆਪਣੇ ਦਰਸ਼ਕਾਂ ਦੇ ਰਾਹੀਂ ਸਾਂਝੀ ਕਰ ਰਹੇ ਹਾਂ। ਪ੍ਰੋਗਰਾਮ ਦੇ ਵਿਸ਼ੇ ਵਸਤੂ ਦੇ ਵਿੱਚ ਜੋ ਅਸੀਂ ਕੈਨੇਡਾ ਦੇ ਵਿੱਚ ਅਕਸਰ ਗੱਲਬਾਤ ਕਰਦੇ ਹਾਂ ਕਿ ਮਨੁੱਖੀ ਹੱਕਾਂ ਦਾ ਸੰਘਰਸ਼ ਜਿਹੜਾ ਹੈ ਉਹ ਲੰਮਾ ਹੈ। ਇਸ ਦੇ ਜੇ ਮੁੱਢ ਵੱਲ ਜਾਈਏ ਤਾਂ ਇਹ ਕਾਮਾਗਾਟਾ ਮਾਰੂ ਦੇ ਗੁਰੂ ਨਾਨਕ ਜਹਾਜ਼ ਦੇ ਉਸ ਸਫ਼ਰ ਤੋਂ ਸ਼ੁਰੂ ਹੋ ਜਾਂਦਾ ਹੈ, ਜਦੋਂ 1914 ਦੇ ਵਿੱਚ ਇਹ ਜਹਾਜ਼ ਜਿਹੜਾ ਹੈ ਕੈਨੇਡਾ ਦੀ ਧਰਤੀ 'ਤੇ ਆਇਆ ਸੀ। 23 ਮਈ ਦਾ ਦਿਨ ਜਿੱਥੇ ਕਿ ਵੈਨਕੂਵਰ ਦੀ ਬੰਦਰਗਾਹ 'ਤੇ ਮੁਸਾਫਰਾਂ ਨੂੰ ਉਤਰਨ ਨਾ ਦਿੱਤਾ ਗਿਆ ਤੇ 23 ਜੁਲਾਈ ਤੱਕ ਉਹ ਇਹਨਾਂ ਪਾਣੀਆਂ ਦੇ ਵਿੱਚ ਰੁਕੇ ਰਹੇ। ਜਿੰਨਾ ਤਸ਼ੱਦਦ ਹੋਇਆ ਉਹ ਐਸਾ ਕਲੰਕ ਤੇ ਦੁਖਾਂਤ ਹੈ ਜਿਸ ਨੂੰ ਲੈ ਕੇ ਹਰ ਕਿਸ ਦਾ ਹਿਰਦਾ ਫਲੂੰਦਰਿਆ ਜਾਂਦਾ ਹੈ। ਲੰਮੇ ਸੰਘਰਸ਼ ਤੋਂ ਬਾਅਦ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸ ਦੀ ਬਕਾਇਦਾ ਮਾफ़ी ਮੰਗੀ। ਇਸ ਤੋਂ ਪਹਿਲਾਂ ਸੂਬਾਈ ਪੱਧਰ 'ਤੇ ਵੀ ਇਸ ਦੀ ਅਪੋਲੋਜੀ ਹੋਈ ਤੇ ਹੋਰ ਵੀ ਵੱਖ-ਵੱਖ ਥਾਵਾਂ 'ਤੇ ਹੋਈਆਂ, ਪਰ ਕਿਉਂਕਿ ਹੁਣ ਵੱਡੇ ਪੱਧਰ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਗੱਲ ਦੀ ਨਾ ਸਿਰਫ ਮਾफ़ੀ ਮੰਗੀ ਗਈ ਬਲਕਿ ਉਸ ਸਮੇਂ ਦੀਆਂ ਜ਼ਿਆਦਤੀਆਂ 'ਤੇ ਇਹ ਵੀ ਕਿਹਾ ਗਿਆ ਕਿ ਉਹ ਨਸਲਵਾਦ ਸੀ
ਜਿਹੜਾ ਕਿ ਬੜਾ ਦਰਦਨਾਕ ਸੀ। ਅੱਜ ਦਾ ਨਸਲਵਾਦ ਤੇ ਉਸ ਦਾ ਨਸਲਵਾਦ ਉਸ ਸਮੇਂ ਦਾ, ਇਹ ਦੋਨੇ ਵਿਚਾਰਨਯੋਗ ਨੇ। ਪਰ ਉਸ ਤੋਂ ਬਾਅਦ ਹੁਣ ਵੀ ਅਜੇ ਜਿਹੜੇ ਵੱਖ-ਵੱਖ ਪੱਧਰ ਤੇ ਲੋਕ ਆਪਣੇ ਕਾਰਜ ਨਿਭਾ ਰਹੇ ਨੇ, ਉਹ ਚਾਹੁੰਦੇ ਨੇ ਕਿ ਕਾਮਾਗਾਟਾ ਮਾਰੂ ਦੇ ਬਾਰੇ ਹੋਰ ਵੀ ਮਾਫੀ ਮੰਗੀ ਜਾਏ, ਹੋਰ ਵੀ ਸਿਟੀ ਕੌਂਸਲ ਇਸ ਦੇ ਬਾਰੇ ਮਤੇ ਲਿਆਉਣ, ਹੋਰ ਵੀ ਇਸ ਬਾਰੇ ਉਪਰਾਲੇ ਹੋਣ। ਇਹ ਗੱਲ ਚੰਗੀ ਹੈ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਮੌਜੂਦਾ ਸਮੇਂ ਜਿਹੜੇ ਕਾਮਾਗਾਟਾ ਮਾਰੂ ਹੋ ਰਹੇ ਨੇ, ਜਾਂ ਮੌਜੂਦਾ ਸਮੇਂ ਜੋ ਸੰਕਟ ਖੜੇ ਹੋ ਰਹੇ ਨੇ, ਜਾਂ ਹੁਣ ਜਿਹੜਾ ਮੌਜੂਦਾ ਸਮੇਂ ਨਸਲਵਾਦ ਹੈ, ਜਾਂ ਇਹੋ ਜਿਹੇ ਆਰਡੀਨੈਂਸ, ਇਹੋ ਜਿਹੇ ਬਿੱਲ, ਇਹੋ ਜਿਹੇ ਕਾਨੂੰਨ ਬਣ ਰਹੇ ਨੇ, ਉਹਨਾਂ ਬਾਰੇ ਕਦੋਂ ਬੋਲਾਂਗੇ? 100 ਸਾਲ ਪਹਿਲਾਂ ਦੇ ਮਸਲੇ ਬਾਰੇ ਬੋਲਣਾ ਸੌਖਾ ਹੈ, ਪਰ ਵਰਤਮਾਨ ਬਾਰੇ ਬੋਲਣਾ ਬੜਾ ਔਖਾ ਹੈ। ਸਵਾਲ ਤਾਂ ਇਹ ਹੈ ਕਿ ਉਹ ਗੱਲ ਨੂੰ ਕਰਦਿਆਂ ਨਾਲ ਇਹ ਵੀ ਕਹੋ ਕਿ ਮੌਜੂਦਾ ਸਮੇਂ ਜੋ ਸੰਕਟ ਹੈ ਉਸ ਦੇ ਬਾਰੇ ਵੀ ਅਸੀਂ ਬੋਲਦੇ ਹਾਂ। ਇਤਿਹਾਸ ਦੀਆਂ ਗੱਲਾਂ ਕਰਨੀਆਂ ਤੇ ਉਹਨਾਂ ਤੇ ਮਾਫੀਆਂ ਮੰਗਾ ਲੈਣੀਆਂ ਠੀਕ ਹੈ, ਇੱਕ ਸਮੇਂ ਦਾ ਹਿੱਸਾ ਹੈ। ਪਰ ਹੁਣ ਜੋ ਕਰ ਰਹੇ ਹਾਂ ਕਿ ਇਹਨਾਂ ਵਾਸਤੇ 100 ਸਾਲ ਮਗਰੋਂ ਸਾਡੇ ਆ ਕੇ ਬੱਚੇ ਮਾਫੀਆਂ ਮੰਗਾਉਣਗੇ ਤੇ ਫਿਰ ਸਾਨੂੰ ਵੀ ਸ਼ਰਮਸ਼ਾਰ ਹੋਣਾ ਪਏਗਾ। ਇੱਕ ਬੜਾ ਸੰਜੀਦਾ ਮੁੱਦਾ ਜਿਸ ਦੇ ਬਾਰੇ ਗੱਲਬਾਤ ਕਰਨ ਲਈ ਪੱਤਰਕਾਰ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ, ਜਿਹੜੇ ਕਿ ਇਸ ਵਿਸ਼ੇ ਤੇ ਵਿਸ਼ੇਸ਼ ਚਰਚਾ ਅਕਸਰ ਕਰਦੇ ਰਹਿੰਦੇ ਨੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਗੁਰਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਮੰਚ ਮੁਹੱਈਆ ਕਰਨ ਲਈ, ਔਰ ਮੈਂ ਵੀ ਜੀਵਨ ਸਿੰਘ ਰਾਮਪੁਰੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤੁਸੀਂ ਵੀ ਅਕਸਰ ਉਹਨਾਂ ਨੂੰ ਮਿਲੇ ਤੇ ਉਹਨਾਂ ਦੀ ਸੰਜੀਦਗੀ, ਉਹਨਾਂ ਦਾ ਸੁਭਾਅ ਜਾਂ ਉਹਨਾਂ ਦੀ ਸ਼ੈਲੀ ਜਿਹੜੀ ਆ ਉਹਦੇ ਨਾਲ ਜੁੜੇ ਰਹੇ ਹੋ, ਸੋ ਉਹਨਾਂ ਦੀ ਅਸੀਂ ਘਾਟ ਮਹਿਸੂਸ ਕਰ ਰਹੇ ਹਾਂ। ਬਹੁਤ ਪਿਆਰੇ ਮਨੁੱਖ ਸੀਗੇ ਜੀ, ਆਪਣੇ ਟਾਕ ਸ਼ੋਜ਼ ਦੇ ਵਿੱਚ ਕਈ ਵਾਰੀ ਫੋਨ ਕਰਕੇ ਪਾਰਟਿਸਿਪੇਟ ਵੀ ਕਰਦੇ ਸੀ, ਔਰ ਬੜੇ ਮਿਲਾਪੜੇ ਸੁਭਾਅ ਦੇ, ਜਿਹੜੇ ਕਿਤਾਬਾਂ ਨਾਲ ਬਹੁਤ ਪਿਆਰ ਕਰਦੇ ਸੀ ਉਹ। ਸੋ ਉਹਨਾਂ ਕੋਲੋਂ ਵੀ ਅਸੀਂ ਕਾਫੀ ਕੁਝ ਸਿੱਖਿਆ ਇੱਕ ਤਰੀਕੇ ਨਾਲ। ਧੰਨਵਾਦ ਜੀ। ਗੁਰਪ੍ਰੀਤ ਸਿੰਘ ਜੀ, ਜਿਹੜੀ ਅਸੀਂ ਅੱਜ ਦੇ ਵਿਸ਼ੇ 'ਚ ਗੱਲਬਾਤ ਕਰ ਰਹੇ ਹਾਂ ਕਿ ਦੇਖੋ ਇਹ ਸੰਕਟ ਜਿਹੜਾ ਕਾਮਾਗਾਟਾ ਮਾਰੂ ਦਾ ਕੈਨੇਡਾ ਦੀ ਧਰਤੀ ਨਾਲ ਨਾ ਜੁੜਿਆ ਇੱਕ ਪਾਸਿਓਂ, ਕਿ ਇਹਨਾਂ ਨੂੰ ਜਦੋਂ ਵਾਪਸ ਮੋੜਿਆ ਗਿਆ ਉਸ ਤੋਂ ਬਾਅਦ ਭਾਰਤ ਦੀ ਧਰਤੀ ਨਾਲ ਵੀ ਜੁੜਿਆ। ਕਲਕੱਤਾ 'ਚ ਜਿੱਥੇ ਬਜ-ਬਜ ਘਾਟ ਤੇ ਗੋਲੀਆਂ ਚਲਾਈਆਂ ਗਈਆਂ, ਇੱਥੋਂ ਤਾਂ ਮੋੜੇ ਹੀ ਗਏ, ਉੱਥੇ ਸ਼ਹੀਦ ਵੀ ਕੀਤੇ ਗਏ ਮੁਸਾਫਰ। ਪਰ ਕੈਨੇਡਾ ਦੀ ਪਾਰਲੀਮੈਂਟ 'ਚ ਵੀ ਗੱਲ ਚੱਲੀ, ਗੱਲ ਉਦੋਂ ਤੋਂ ਲੈ ਕੇ ਹੁਣ ਵੀ ਚੱਲ ਰਹੀ ਹੈ। ਤੇ ਹੁਣ ਵੈਨਕੂਵਰ ਸਿਟੀ ਕੌਂਸਲ ਨੇ ਇੱਕ ਜਿਹੜਾ ਬਕਾਇਦਾ ਮੋਸ਼ਨ ਜਿਹੜਾ ਸੀ ਉਸ ਦੇ ਆਉਣ ਤੋਂ ਬਾਅਦ ਸਰਬਸੰਮਤੀ ਨਾਲ ਉਹਨੂੰ ਪਾਸ ਕੀਤਾ ਕਿ ਅਪੋਲੋਜੀ ਜਿਹੜੀ ਹੈ ਕਾਮਾਗਾਟਾ ਮਾਰੂ ਦੀ ਇਹ ਜਿਹੜੀ ਮੰਗੀ ਜਾਏ। ਸੋ ਇਸ ਦੀ ਰੌਸ਼ਨੀ ਦੇ ਵਿੱਚ ਮੈਂ ਚਾਹਾਂਗਾ ਥੋੜ੍ਹਾ ਵਿਸਥਾਰ ਸਹਿਤ, ਤੁਸੀਂ ਬੜਾ ਵਧੀਆ ਲੇਖ ਲਿਖਿਆ ਇੰਗਲਿਸ਼ ਦੇ ਵਿੱਚ ਜਿਹੜਾ ਵੱਖ-ਵੱਖ ਅਖਬਾਰਾਂ 'ਚ ਪ੍ਰਕਾਸ਼ਿਤ ਹੋਇਆ, ਪੜ੍ਹਨ ਦਾ ਮੌਕਾ ਮਿਲਿਆ, ਉਹਦੇ ਵਿੱਚ ਇਸ ਮੁੱਦੇ ਨੂੰ ਉਠਾਇਆ ਵੀ। ਉਸ ਮੁੱਦੇ ਦੇ ਵਿੱਚ ਜੋ ਤੁਸੀਂ ਅੰਕਿਤ ਕੀਤਾ ਦਰਸ਼ਕਾਂ ਨਾਲ ਵੀ ਅੱਜ ਜ਼ਰੂਰ ਸਾਂਝਾ ਕਰੋ। ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ ਤੁਹਾਡੇ ਨੇਕ ਸ਼ਬਦਾਂ ਲਈ। ਮੈਂ ਦੱਸਣਾ ਚਾਹੂੰਗਾ ਕਿ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਇਹ ਹੈ ਕਿ 10 ਜੂਨ ਨੂੰ, ਯਾਨੀ ਕਿ ਪਿਛਲੇ ਹਫ਼ਤੇ ਬੁੱਧਵਾਰ ਵਾਲੇ ਦਿਨ ਜੀ, ਬਕਾਇਦਾ ਵੈਨਕੂਵਰ ਸਿਟੀ ਕੌਂਸਲ ਦੇ ਸਾਹਮਣੇ ਇਹ ਮਤਾ ਰੱਖਿਆ ਗਿਆ, ਮਾਫੀ ਦਾ ਮਤਾ ਜੀ, ਸਰਬਸੰਮਤੀ ਨਾਲ ਪਾਸ ਹੋਇਆ ਜੀ। ਇਹ ਮਤਾ ਜੀਨ ਸਵਾਨਸਨ ਨੇ ਰੱਖਿਆ ਸੀ, ਜਿਹੜੀ ਸਿਟੀ ਕੌਂਸਲਰ ਹੈ, ਇੱਕ ਬਜ਼ੁਰਗ ਕੌਂਸਲਰ ਹੈ ਔਰ ਬਹੁਤ ਦ੍ਰਿੜ ਇਰਾਦੇ ਵਾਲੀ, ਮਨੁੱਖੀਤਾ ਦੇ ਉੱਤੇ ਹਮੇਸ਼ਾ ਹੀ ਡਟ ਕੇ ਪਹਿਰਾ ਦਿੰਦੀ ਜੀ। ਸੋ ਉਸਨੇ ਮਤਾ ਰੱਖਿਆ ਔਰ ਸਰਬਸੰਮਤੀ ਨਾਲ ਪਾਸ ਹੋਇਆ ਜੀ। ਔਰ ਇਸ ਤੋਂ ਪਹਿਲਾਂ ਸਰੀ ਵਿੱਚ ਵੀ ਮਈ ਮਹੀਨੇ 'ਚ ਇੱਕ ਮਤਾ ਪਾਸ ਹੋ ਚੁੱਕਿਆ, ਐਲਾਨਨਾਮਾ। ਦੇਖੋ ਗੱਲ ਇਸ ਤਰ੍ਹਾਂ ਕਿ ਕਾਮਾਗਾਟਾ ਮਾਰੂ ਦਾ ਦੁਖਾਂਤ ਜੇ ਥੋੜੀ ਜਿਹੀ ਗੱਲ ਕਰ ਲਈਏ ਕਿ ਵੀ ਇੱਕ ਬਹੁਤ ਵੱਡੀ ਜ਼ਿਆਦਤੀ ਸੀਗੀ, ਨਸਲਵਾਦੀ ਘਟਨਾ ਸੀਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਸਵੀਕਾਰ ਕਰ ਚੁੱਕੇ ਨੇ, ਪਿਛਲੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਵੀ ਸਵੀਕਾਰ ਕਰ ਚੁੱਕੇ ਨੇ। ਇਹ ਗੱਲ ਵੱਖਰੀ ਕਿ ਉਹਨਾਂ ਨੇ ਪਾਰਲੀਮੈਂਟ 'ਚ ਮੰਗਾਂ ਦੀ ਥਾਂ ਤੇ ਇੱਕ ਪਾਰਕ 'ਚ ਮਾਫੀ ਮੰਗੀ, ਉਹ ਵਿਸ਼ਾ ਵੱਖਰਾ ਤੇ ਉਸ ਦੇ ਉੱਤੇ ਕਦੇ ਵੱਖਰੀ ਬਹਿਸ ਹੋ ਸਕਦੀ, ਪਰ ਉਹ ਅੱਜ ਦੇ ਸਮੇਂ ਦੇ ਅਨੁਸਾਰ ਉਹਦੀ ਤੁਕ ਨਹੀਂ ਬਣਦੀ। ਪਰ ਇੰਨਾ ਹੀ ਦੱਸਣਾ ਕਾਫੀ ਹੈ ਕਿ ਕਾਮਾਗਾਟਾ ਮਾਰੂ ਜਿਹੜਾ ਕਾਂਡ ਹੋਇਆ ਉਹ ਇੱਕ ਖਾਸ ਕਾਨੂੰਨ ਦੀ ਰੌਸ਼ਨੀ 'ਚ ਹੋਇਆ, ਜਿਸ ਨੂੰ ਅਸੀਂ ਕਹਿੰਦੇ ਸਿੱਧੇ ਸਫ਼ਰ ਦਾ ਕਾਨੂੰਨ, ਕੰਟੀਨਿਊਸ ਜਰਨੀ ਰੈਗੂਲੇਸ਼ਨ, ਕਿ ਜਿਹੜੇ ਭਾਰਤੀ ਲੋਕ ਨੇ ਉਹ ਆਪਣੇ ਮੁਲਕ ਤੋਂ ਸਿੱਧਾ ਸਫ਼ਰ ਕਰਕੇ ਆਉਣ, ਜਿਹੜਾ ਕਿ ਸੰਭਵ ਨਹੀਂ ਸੀਗਾ। ਭਾਵੇਂ ਸੰਭਵ ਹੈ ਵੀ ਸੀ, ਪਰ ਮਨਸ਼ਾ ਇਹ ਸੀ ਸਰਕਾਰ ਦੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤੀ ਲੋਕਾਂ ਦਾ ਦਾਖਲਾ ਇੱਥੇ ਰੋਕਿਆ ਜਾਵੇ। ਖੈਰ ਉਸ ਦੇ ਚਲਦਿਆਂ 300 ਤੋਂ ਵੱਧ ਮੁਸਾਫਰ ਜਹਾਜ਼ 'ਤੇ ਚੜ੍ਹ ਕੇ ਆਏ, ਜਿਹਨੂੰ ਤੁਸੀਂ ਦੱਸਿਆ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਿਆ ਗਿਆ ਜਹਾਜ਼। ਔਰ ਗੁਰਦੇਵ ਸਿੰਘ ਉਹਨਾਂ ਨੇ ਸੋਚ ਕੇ ਲਿਆਂਦਾ ਕਿ ਵੀ ਨਸਲਵਾਦੀ ਕਾਨੂੰਨ ਨੂੰ ਮੈਂ ਚੁਣੌਤੀ ਦੇਣੀ ਹੈ। ਸੋ ਇਸ ਨੁਕਤੇ ਨਾਲ ਲੈ ਕੇ ਆਏ। ਇਹ ਮੈਂ ਸੰਖੇਪ 'ਚ ਤਾਂ ਗੱਲ ਦੱਸ ਰਿਹਾ ਕਿਉਂਕਿ ਇਸ ਦੀ ਅੱਜ ਦੇ ਸਮੇਂ 'ਚ ਕੀ ਮਹੱਤਤਾ ਹੈ, ਇਹ ਜ਼ਰੂਰੀ ਹੈ। ਸੋ ਹੋਇਆ ਇੱਦਾਂ ਕਿ ਉਹ ਜਿਹੜਾ ਕੰਟੀਨਿਊਸ ਜਰਨੀ ਰੈਗੂਲੇਸ਼ਨ, ਉਸ ਵਿੱਚ ਕਲੀਅਰ ਸੀ ਕਿ ਵੀ ਕਿਸੇ ਤਰੀਕੇ ਨਾਲ ਹਿੰਦੁਸਤਾਨੀ ਦਾ ਦਾਖਲਾ ਰੋਕਿਆ ਜਾਵੇ। ਮਨਸ਼ਾ ਸੀ, ਹਾਲਾਂਕਿ ਸਪਸ਼ਟ ਨਹੀਂ ਸੀ ਕੀਤਾ ਗਿਆ, ਇਸ ਤਰ੍ਹਾਂ ਨਹੀਂ ਸੀ ਕਿ ਕੋਈ ਇਸ ਖਾਸ ਨਸਲ ਦੇ ਲੋਕ ਨਹੀਂ ਇੱਥੇ ਆ ਸਕਦੇ। ਪਰ ਉਸਦੇ ਟੱਕਰ ਤੇ ਵੇਖੋ ਅੱਜ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ CAA ਜਿਹੜਾ ਭਾਰਤ 'ਚ ਮੋਦੀ ਸਰਕਾਰ ਲੈ ਕੇ ਆਈ ਹੈ, ਉਹ ਕਿੰਨਾ ਖਤਰਨਾਕ ਹੈ। ਸਿੱਧੇ ਤੌਰ ਤੇ ਕਿਹਾ ਗਿਆ ਕਿ ਉਸ ਵਿੱਚ ਦੱਸਿਆ ਗਿਆ, ਫਿਰਕੇ ਦੱਸੇ ਗਏ ਕਿ ਆਹ ਫਿਰਕੇ ਦੇ ਲੋਕ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਭਾਰਤ ਵਿੱਚ ਆ ਸਕਦੇ ਨੇ, ਜਾਣੀ ਕਿ ਉਹਦੇ ਵਿੱਚ ਮੁਸਲਮਾਨ ਬਾਹਰ ਕੱਢ ਦਿੱਤੇ ਗਏ। ਸੋ ਉਸੇ ਤਰੀਕੇ ਨਾਲ ਕੰਟੀਨਿਊਸ ਜਰਨੀ ਰੈਗੂਲੇਸ਼ਨ ਦਾ ਦੁਹਰਾਓ ਮੋਦੀ ਸਰਕਾਰ ਕਰ ਰਹੀ ਹੈ।
ਆਰਟੀਕਲ ਵਿੱਚ ਮੈਂ ਇਹ ਗੱਲ ਜਿਹੜੀ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਕਿ ਅਫਸੋਸ ਦੀ ਗੱਲ ਹੈ ਕਿ ਇਸੀ ਸਿਟੀ ਕੌਂਸਲ ਦੇ ਵਿੱਚ ਇੱਕ ਮਤਾ ਆਇਆ ਅੱਛਾ ਕਿ ਸੀਏ ਦੇ ਖਿਲਾਫ, ਜਿਹੜਾ ਕਿ ਇਸੇ ਜੀਨ ਸਵਾਨਸਨ ਨੇ ਪੇਸ਼ ਕੀਤਾ ਸੀਗਾ। ਜੀਨ ਸਵਾਨਸਨ ਨੇ 26 ਜਨਵਰੀ ਨੂੰ ਇੱਕ ਰੈਲੀ ਵੀ ਹੋਈ ਇੰਡੀਅਨ ਕੌਂਸੂਲੇਟ ਦੇ ਬਾਹਰ ਸੀਏ ਦੇ ਖਿਲਾਫ, ਉਹਦੇ ਵਿੱਚ ਵੀ ਸ਼ਿਰਕਤ ਕੀਤੀ ਸੀ। ਸੋ ਉਸ ਦੀ ਨੀਅਤ ਅਸੀਂ ਸ਼ੱਕ ਨਹੀਂ ਕਰ ਸਕਦੇ। ਉਸਨੇ ਇਮਾਨਦਾਰੀ ਨਾਲ ਇਹ ਮਤਾ ਲਿਆ ਕੇ ਸਿਟੀ ਕੋਲ ਰੱਖਿਆ, ਪਰ ਸਿਟੀ ਵਾਲਿਆਂ ਦੇ ਵਿੱਚੋਂ ਕਿਸੇ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਉਲਟ ਗੱਲ ਇਹ ਹੋਈ, ਖਾਲਸਾ ਦੇਵਾਂ ਸੁਸਾਇਟੀ ਜਿਸ ਦੇ ਪ੍ਰਬੰਧਕ ਅੱਜ ਭੰਗੜੇ ਪਾ ਰਹੇ ਨੇ ਕਿ ਕਾਮਾਗਾਟਾ ਮਾਰੂ ਦੀ ਮਾਫੀ ਮੰਗ ਲਈ ਗਈ, ਔਰ ਜਿਹੜੇ ਕੁਝ ਕਾਮਾਗਾਟਾ ਮਾਰੂ ਦੀ ਮਾਫੀ ਮੰਗਾਉਣ ਦੇ ਚਾਹਵਾਨ ਉਹ ਬੜੇ ਭੰਗੜੇ ਪਾ ਰਹੇ ਨੇ। ਭਾਰਤੀ ਮੂਲ ਦੀ ਇੱਕ ਜਿਹੜੀ ਹੈ ਸਾਡੀ ਇੱਥੋਂ ਦੀ ਮੰਤਰੀ ਰਹੀ ਪਹਿਲਾਂ ਐਮਐਲਏ, ਉਹਨੇ ਭੰਗੜੇ ਪਾਏ, ਲੁੱਡੀਆਂ ਪਾਈਆਂ, ਟਵਿੱਟਰ ਤੇ ਬੜਾ ਧੰਨਵਾਦ ਕੀਤਾ। ਇਹ ਉਹ ਲੋਕ ਨੇ ਜਿਹੜੇ ਸੀਏ ਬਾਰੇ ਖਾਮੋਸ਼ ਰਹੇ ਨੇ। ਉਲਟ ਗੱਲ ਸੀਏ ਲਾਗੂ ਕਰਨ ਵਾਲਿਆਂ ਦੇ ਹੱਕ 'ਚ ਭੁਗਤੇ ਨੇ। ਜਦੋਂ ਨਰਿੰਦਰ ਮੋਦੀ ਇਸੇ ਖਾਲਸਾ ਦਿਵਸ ਸਾਡੇ ਗੁਰਦੁਆਰੇ ਆਇਆ, ਉਸ ਦੀ ਆਓ ਭਗਤ ਕੀਤੀ ਗਈ। ਰਾਣਾ ਆਯੂਬ ਨੂੰ ਉੱਥੇ ਬੋਲਣ ਨਹੀਂ ਸੀ ਦਿੱਤਾ ਗਿਆ, ਜਿਹੜੀ ਕਿ ਉਹ ਬਹਾਦਰ ਪੱਤਰਕਾਰ ਜਿਸਨੇ ਮੋਦੀ ਦੇ ਪਰਚੇ ਲਾਤੇ। ਇਹ ਉਹ ਲੋਕ ਨੇ ਜਿਨ੍ਹਾਂ ਨੇ ਸੀਏ ਦੇ ਖਿਲਾਫ ਜਿਹੜਾ ਮਤਾ ਸਿਟੀ 'ਚ ਆਉਣ ਲੱਗਾ ਉਸ ਦਾ ਵਿਰੋਧ ਕੀਤਾ, ਔਰ ਸਿਟੀ ਕੌਂਸਲ ਨੇ ਸਾਥ ਨਹੀਂ ਦਿੱਤਾ। ਜੀਨ ਸਵਾਨਸਨ ਨੂੰ ਮਤਾ ਵਾਪਸ ਲੈਣਾ ਪਿਆ ਜੀ। ਇਹ ਬਹੁਤ ਸ਼ਰਮ ਦੀ ਗੱਲ ਸੀ ਕਿ ਸਿਆਟਲ ਵਿੱਚ ਮਤਾ ਪਾਸ ਹੋ ਚੁੱਕਿਆ ਹਾਂਜੀ, ਤੇ ਵੈਂਕੂਵਰ 'ਚ ਕੀ ਪਰੇਸ਼ਾਨੀ ਸੀਗੀ। ਜੇ ਵੈਂਕੂਵਰ ਵਾਲੇ ਕਹਿੰਦੇ ਕਿ ਅਸੀਂ ਹਿਊਮਨ ਰਾਈਟਸ ਦੇ ਬਹੁਤ ਵੱਡੇ ਝੰਡਾ ਬਰਦਾਰ ਹਾਂ, ਤੁਸੀਂ ਮਤਾ ਪਾਸ ਕਰ ਦਿਓ। ਉਹ ਮਤਾ ਵਾਪਸ ਲਿਆ ਗਿਆ ਇਸ ਕਰਕੇ ਕਿ ਬਾਕੀ ਦੇ ਕੌਂਸਲਰ ਉਸ ਦੇ ਨਾਲ ਸਹਿਮਤ ਨਹੀਂ ਸੀਗੇ, ਤੇ ਜਿਹੜੇ ਅੱਜ ਭੰਗੜੇ ਪਾ ਰਹੇ ਨੇ ਇਹ ਉਸ ਦੇ ਖਿਲਾਫ ਸੀ। ਜੇ ਉਹ ਇਤਿਹਾਸ ਅੱਜ ਦੁਹਰਾਇਆ ਜਾ ਰਿਹਾ ਇੱਕ ਖਾਸ ਭਾਈਚਾਰੇ ਦੇ ਖਿਲਾਫ, ਤੇ ਤੁਸੀਂ ਕਿਹੜੇ ਕੈਂਪ 'ਚ ਖਲੋਤੇ ਹੋ? ਸੋ ਮੈਨੂੰ ਲੱਗਦਾ ਕਿ ਇਸ ਜਿਹੜਾ ਇਹ ਪੂਰਾ ਮਾਫੀ ਦਾ ਮਤਾ ਪਾਸ ਹੋਇਆ, ਮੇਰੇ ਲਈ ਕੋਈ ਮਾਇਨਾ ਨਹੀਂ ਰੱਖਦਾ। ਘੱਟੋ ਘੱਟ ਮੈਂ ਇਸ ਨੂੰ ਰਿਜੈਕਟ ਕਰਦਾ, ਕਿਉਂਕਿ ਜਦੋਂ ਹੁਣ ਵੀ ਉਹ ਜ਼ਿਆਦਤੀਆਂ ਹੋ ਰਹੀਆਂ ਔਰ ਤੁਸੀਂ ਖਾਮੋਸ਼ ਹੋ, ਔਰ ਉਲਟਾ ਮੋਦੀ ਵਰਗੇ ਜਿਹੜੇ ਇੱਕ ਜਾਬਰ ਆਗੂ ਦੇ ਹੱਕ 'ਚ ਭੁਗਤ ਰਹੇ ਹੋ, ਤਾਂ ਤੁਹਾਡੀ ਇਸ 100 ਸਾਲ ਪੁਰਾਣੀ ਮਾਫੀ ਨੂੰ ਅਸੀਂ ਕੀ ਜਾਣਦੇ ਹਾਂ। ਸੋ ਮੈਂ ਸਮਝਦਾ ਕਿ ਭਾਈਚਾਰਾ ਇਸ ਬਾਰੇ ਸੋਚੇ। ਜਿੱਥੇ ਇੱਕ ਬੜੀ ਦਿਲਚਸਪ ਗੱਲ ਤੁਸੀਂ ਕੀਤੀ ਹੈ ਕਿ ਕੰਟੀਨਿਊਸ ਜਰਨੀ, ਨਿਰੰਤਰਤਾ ਦਾ ਜਿਹੜਾ ਉਹ ਕਾਨੂੰਨ ਹੈ, ਸਫ਼ਰ ਜਿਸ ਕਿਸਮ ਦਾ ਉਹ ਬਣਿਆ ਹੋਇਆ ਸੀ ਕਿ ਉਸ ਦੇਸ਼ ਤੋਂ ਹੀ ਤੁਸੀਂ ਕੈਨੇਡਾ ਆ ਸਕਦੇ ਹੋ, ਜਿੱਥੋਂ ਸਿੱਧਾ ਜਹਾਜ਼ ਜਿਹੜਾ ਹੈ ਟਿਕਟ ਲੈ ਕੇ ਤੁਸੀਂ ਪਹੁੰਚ ਸਕਦੇ ਹੋ, ਜਾਂ ਉਸ ਕਿਸਮ ਦੀ ਸੋਚ ਕੇ ਉੱਥੋਂ ਜਿਹੜੇ ਲੋਕ ਆ ਰਹੇ ਨੇ ਉਹ ਬਕਾਇਦਾ ਉਹਨਾਂ ਜਿਹੜੇ ਇੱਥੋਂ ਦੇ ਕਾਇਦੇ ਕਾਨੂੰਨ ਆ ਉਹਨਾਂ ਦੇ ਅਧੀਨ ਚੱਲਣ। ਪਰ ਉੱਥੇ ਕਦੇ ਇਹ ਨਹੀਂ ਸੀ ਮੈਂ ਪੜ੍ਹਿਆ ਲਿਖਿਆ ਉਸ ਮਤੇ ਦੇ ਵਿੱਚ ਕਿ ਉਸ ਜਹਾਜ਼ ਦੇ ਵਿੱਚ ਕੇਵਲ ਗੋਰੇ ਹੀ ਆ ਸਕਦੇ ਨੇ। ਇਹ ਵੀ ਨਹੀਂ ਲਿਖਿਆ ਪੜ੍ਹਿਆ ਕਿ ਉਸ ਜਹਾਜ਼ ਦੇ ਵਿੱਚ ਜਾਂ ਯਹੂਦੀ ਪਾਰਸੀ ਹੀ ਆ ਸਕਦੇ ਨੇ, ਇਹ ਹਿੰਦੂ ਨਹੀਂ ਆ ਸਕਦੇ, ਜਾਂ ਸਿੱਖ ਜਾਂ ਮੁਸਲਮਾਨ ਨਹੀਂ ਆ ਸਕਦੇ। ਇਸ ਤਰ੍ਹਾਂ ਦੀ ਵੰਡ ਤਾਂ ਉਸ ਜਹਾਜ਼ 'ਚ ਨਹੀਂ ਸੀ ਕਦੇ। ਮੈਂ ਉਹੀ ਤਾਂ ਹੀ ਕਿਹਾ ਸੀ ਗੁਰਵਿੰਦਰ ਸਿੰਘ ਜੀ ਕਿ ਜਿਹੜਾ ਸੀਏ ਤੇ ਉਸ ਤੋਂ ਵੀ ਕਿਤੇ ਵੱਧ ਖਤਰਨਾਕ ਹੈ ਔਰ ਪ੍ਰਤੱਖ ਰੂਪ 'ਚ ਨਸਲਵਾਦ ਫੈਲਾ ਰਿਹਾ। ਮਤਲਬ ਜੇ ਉਸਦੀ ਜ਼ੁਬਾਨ ਦੇਖੋ, ਉਸਦੇ ਕੰਟੈਂਟ ਵੇਖੋ, ਉਹ ਤਾਂ ਕਲੀਅਰਲੀ ਰੇਸਿਸਟ ਹੈ। ਉਸਦੇ ਟਾਕਰੇ ਤੇ ਜਿਹੜਾ ਕੰਟੀਨਿਊਸ ਜਰਨੀ ਲਾਅ ਵਿੱਚ ਬੜੀ ਲੇਪਾ ਪੋਚੀ ਕਰਕੇ ਜ਼ੁਬਾਨ ਵਰਤੀ ਗਈ ਹੈ। ਜਿਹੜੇ ਜਿਸ ਕਿਸਮ ਦੇ ਅਲਫਾਜ਼ ਵਰਤੇ ਗਏ ਨੇ ਉਹ ਅਲਫਾਜ਼ ਆਪਣੇ ਆਪ 'ਚ ਉਹਨਾਂ ਦਿੱਕਤ ਭਰਪੂਰ ਨਹੀਂ, ਜਿੰਨੀ ਕਿ ਮਨਸ਼ਾ ਉਸਦੇ ਪਿੱਛੇ ਦਿੱਕਤ ਭਰਪੂਰ ਹੈ। ਇੱਥੇ ਤਾਂ ਮਨਸ਼ਾ ਵੀ ਕਲੀਅਰ ਹੈ, ਤੇ ਜਿਹੜੀ ਸ਼ਬਦਾਵਲੀ ਜਿਸ ਕਿਸਮ ਦੀ ਵਰਤੀ ਗਈ ਹੈ ਉਹ ਆਪਣੇ ਆਪ 'ਚ ਕਲੀਅਰ ਹੈ, ਜਿਹਦੇ ਕਰਕੇ ਲੋਕ ਸੜਕਾਂ 'ਤੇ ਨਿਕਲ ਆਏ। ਜੇ ਕੈਨੇਡਾ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਹਿਊਮਨ ਰਾਈਟਸ ਦੇ ਝੰਡਾ ਬਰਦਾਰ ਹਾਂ ਜਾਂ ਲੰਬੜਦਾਰ ਹਾਂ, ਦੁਨੀਆ ਭਰ ਜਿੱਥੇ ਵੀ ਮਨੁੱਖੀ ਦਾ ਘਾਣ ਹੋਊਗਾ ਅਸੀਂ ਆਵਾਜ਼ ਬੁਲੰਦ ਕਰਾਂਗੇ, ਘੱਟੋ ਘੱਟ ਇਸ ਮਾਮਲੇ 'ਚ ਆਵਾਜ਼ ਬੁਲੰਦ ਹੋਣੀ ਨਜ਼ਰ ਨਹੀਂ ਆ ਰਹੀ। ਸਿਆਟਲ 'ਚ ਮਤਾ ਪਾਸ ਹੋਇਆ, ਅਮਰੀਕਾ ਦੇ ਇੱਕ ਹੋਰ ਸ਼ਹਿਰ ਸੇਂਟ ਪੌਲਸ 'ਚ ਮਤਾ ਪਾਸ ਹੋਇਆ, ਇੱਥੇ ਕੀ ਪਰੇਸ਼ਾਨੀ ਹੈ? ਸੋ ਇਹ ਵੈਨਕੂਵਰ ਦੇ ਵਿੱਚ ਇਹਨਾਂ ਲੋਕਾਂ ਨੂੰ ਸਵਾਲ ਕਰਨਾ ਬਣਦਾ, ਸਿਟੀ ਕੌਂਸਲ ਨੂੰ ਸਾਰੀ ਨੂੰ, ਔਰ ਜਿਹੜੇ ਭੰਗੜੇ ਪਾਉਣ ਵਾਲੇ ਜਿਹੜੇ ਭਾਰਤੀ ਸਾਡੇ ਸਿਆਸਤਦਾਨ ਤੇ ਜਿਹੜੇ ਨਾਲ ਮਾਫੀ ਮੰਗਾਉਣ ਵਾਲੇ ਜਿਹੜੇ ਚਾਹਵਾਨ, ਇਹ ਜਵਾਬ ਦੇਣ। ਜਿੰਨੀਆਂ ਰੈਲੀਆਂ ਹੋਈਆਂ ਸੀ ਇਹਦੇ ਖਿਲਾਫ, ਕਦੇ ਅਸੀਂ ਇਹਨਾਂ ਨੂੰ ਵੇਖਿਆ ਨਹੀਂ ਉੱਥੇ ਪਹੁੰਚੇ ਹੋਣ। ਅੱਜ ਸਿਆਹ ਨਸਲ ਦੇ ਲੋਕਾਂ ਨਾਲ ਜ਼ਿਆਦਤੀਆਂ ਹੋ ਰਹੀਆਂ, ਰੈਲੀਆਂ ਹੋ ਰਹੀਆਂ, ਅਸੀਂ ਕਦੇ ਵੇਖਿਆ ਨਹੀਂ ਉੱਥੇ ਪਹੁੰਚੇ ਹੋਣ। ਮਤਲਬ ਕਈ ਮਿਸਾਲਾਂ ਨੇ ਸਾਡੇ ਕੋਲ। ਸੋ ਕਹਿਣ ਦਾ ਮਤਲਬ ਕਿ ਜਿਹੜਾ ਮੋਦੀ ਸਰਕਾਰ ਜੋ ਧੱਕਾ ਕਰ ਰਹੀ ਹੈ ਉੱਥੇ ਕੰਟੀਨਿਊਸ ਜਰਨੀ ਰੈਗੂਲੇਸ਼ਨ ਦੀ ਤਰਜ਼ ਦੇ ਉੱਤੇ, ਉਸ ਤੋਂ ਵੀ ਜ਼ਿਆਦਾ ਭਿਆਨਕ ਕਾਨੂੰਨ, ਉਹਦੇ ਬਾਰੇ ਖਾਮੋਸ਼ੀ ਇਹ ਜਿਹੜੀ ਹੈ ਕੋਈ ਹਜ਼ਮ ਨਹੀਂ ਹੋਈ। ਇੱਕ ਆਮ ਕਰਕੇ ਕਿਹਾ ਜਾਂਦਾ ਕਿ ਸਮੇਂ ਦੇ ਨਾਲ ਨਾਲ ਦੁਨੀਆ ਵਿਕਾਸ ਕਰਦੀ ਹੈ। ਇੱਕ ਸਦੀ ਪਿੱਛੇ ਚੱਲ ਗਏ। ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, 100 ਸਾਲ ਪਹਿਲਾਂ ਦਾ ਕੈਨੇਡਾ ਤੇ ਅੱਜ ਦਾ ਕੈਨੇਡਾ ਬੜਾ ਫਰਕ ਹੈ। ਫਰਕ ਇਸ ਤਰ੍ਹਾਂ ਕਿ ਉਸ ਵੇਲੇ ਵਾਈਟ ਮੈਨ ਦਾ ਕੈਨੇਡਾ ਕਿਹਾ ਜਾਂਦਾ ਸੀ। ਉਹ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਵਿਰੋਧੀ ਪਾਰਟੀਆਂ ਤੋਂ ਉਹਨਾਂ ਦਾ ਬਕਾਇਦਾ ਡਿਟੇਲ ਪੜ੍ਹੀਏ ਤਾਂ ਲੱਗਦਾ ਸੀ ਕਿ ਇਹ ਕਿਸ ਕਿਸਮ ਦਾ ਨਸਲਵਾਦ ਹੈ, ਚਿੱਟੀ ਚਮੜੀ ਨੂੰ ਹੀ ਪਹਿਲ ਦਿੰਦੇ ਸਨ। ਹਾਲਾਂਕਿ ਰੰਗ ਦੇ ਵਿੱਚ ਬੰਦੇ ਦਾ ਕੀ ਕਸੂਰ ਹੈ। ਮੈਂ ਬੜਾ ਦਿਲਚਸਪ ਇੱਕ ਪਹਿਲੂ ਕਿਸੇ ਲੇਖਕ ਦਾ ਪੜ੍ਹਿਆ ਤੇ ਉਹਦੇ ਵਿੱਚ ਬੜੀ ਸੋਹਣੀ ਉਹਨੇ ਹਵਾਲਾ ਦਿੱਤਾ ਕਿ ਤੂੰ ਮੇਰੇ ਕਾਲੇ ਰੰਗ ਤੇ ਇਤਰਾਜ਼ ਕਰਦਾ ਹੈ ਤਾਂ ਮੈਨੂੰ ਦੱਸ ਜੇ ਕਸੂਰ ਮੇਰਾ ਕੀ ਹੈ ਤਾਂ ਸੂਰਜ ਦਾ ਕਸੂਰ ਹੈ। ਜਦੋਂ ਉਹਦੀ ਤਪਸ਼ ਜਿਸ ਧਰਤੀ ਤੇ ਇਸ ਕਿਸਮ ਦੀ ਪੈਂਦੀ ਹੈ ਤਾਂ ਚਮੜੀ ਦਾ ਰੰਗ ਕਾਲਾ ਹੋ ਜਾਂਦਾ। ਜਾਂ ਉਹਨੂੰ ਕਹਿ
ਮੇਰਾ ਤਾਂ ਇਹਦੇ 'ਚ ਕੋਈ ਕਸੂਰ ਨਹੀਂ, ਬਿਲਕੁਲ ਮੈਂ ਤਾਂ ਜੋ ਰੰਗ ਮੇਰੇ ਕੋਲੇ ਹੈ ਉਸ ਨੂੰ ਅਪਣਾ ਰਿਹਾ। ਜਦ ਕਿ ਦੂਸਰੇ ਪਾਸੇ ਜਿਹੜਾ ਤੇਰਾ ਰੰਗ ਹੈ ਜਾਂ ਤੇਰੇ ਮੁਲਕ ਦੇ ਵਿੱਚ ਆ, ਠੀਕ ਆ, ਉਹ ਕਿਰਨਾਂ ਜਿਵੇਂ ਤੇਰੇ ਧਰਤੀ ਤੇ ਪੈਂਦੀਆਂ ਜਾਂ ਜਿਸ ਤਰੀਕੇ ਨਾਲ ਉਹ ਇਹਨੂੰ ਦਿੰਦੀਆਂ ਰੰਗ, ਪਰ ਇਸ ਰੰਗ ਦੀ ਤਰਜ਼ ਤੇ ਤੁਸੀਂ ਵਿਤਕਰਾ ਕਰੋ ਤਾਂ ਮਾੜੀ ਗੱਲ ਹੈ। ਸੋ 100 ਸਾਲ ਪਹਿਲਾਂ ਦੀ ਇਹ ਸੋਚ, ਪਰ ਚੰਗੀ ਗੱਲ ਹੈ ਕਿ ਉਹੀ ਕੈਨੇਡਾ ਜਿੱਥੇ ਅੱਜ ਉਸ ਸਿਆਹ ਰੰਗ ਦੇ ਲੋਕ ਕਿੰਨੇ ਵਸ ਰਹੇ ਨੇ। ਸਾਡੇ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਆਏ, ਆਪਣੀ ਜ਼ਿੰਦਗੀ ਸ਼ੁਰੂ ਕੀਤੀ, ਅਸੀਂ ਕਾਮਯਾਬ ਵੀ ਹੋਏ ਵਪਾਰਾਂ ਦੇ ਵਿੱਚ ਵੀ। ਹਾਲਾਂਕਿ ਕਿਤੇ ਕਿਤੇ ਨਸਲਵਾਦ ਦੇ ਅਜੇ ਵੀ ਛਿੱਟੇ ਨੇ ਜਿਨ੍ਹਾਂ ਦਾ ਵਿਰੋਧ ਕਰਦੇ ਹਾਂ ਅਸੀਂ, ਲੇਕਿਨ ਇੱਥੇ ਇਹਨਾਂ ਮੁਲਕਾਂ ਨੇ ਸਾਨੂੰ ਸਾਂਭਿਆ, ਬੁੱਕਲ 'ਚ ਲਿਆ। ਕਦੇ ਮਾੜਾ ਜਿਹਾ ਸਾਡੇ ਨਾਲ ਵਿਤਕਰਾ ਹੋਵੇ ਤਾਂ ਅਸੀਂ ਖੁੱਲ੍ਹ ਕੇ ਬੋਲ ਸਕਦੇ ਹਾਂ। 100 ਸਾਲ ਦੇ ਵਿੱਚ ਇਹ ਬਦਲਿਆ। ਜਿਸ ਮੁਲਕ ਦੀ ਆਜ਼ਾਦੀ ਦੇ ਲਈ ਇੱਥੋਂ ਦੇ ਗਦਰੀ ਬਾਬਿਆਂ ਨੇ ਸੰਘਰਸ਼ ਕੀਤਾ, ਨੈਚੁਰਲੀ ਉਸ ਵੇਲੇ ਉਹਨਾਂ ਦਾ ਮੁੱਖ ਮਕਸਦ ਹੀ ਇਹ ਸੀ ਯੋਧਿਆਂ ਦਾ ਕਿ ਇਹ ਜਿਹੜਾ ਨਸਲਵਾਦ ਹੈ ਜਾਂ ਬਸਤੀਵਾਦ ਹੈ ਇਹ ਸਾਨੂੰ ਪ੍ਰਵਾਨ ਨਹੀਂ, ਇਸ ਦੇ ਖਿਲਾਫ ਅਸੀਂ ਲੜੇ ਹਾਂ, ਚਾਹੇ ਉਹ ਕਾਮਾਗਾਟਾ ਮਾਰੂ ਜਹਾਜ਼ ਹੈ ਜਾਂ ਗਦਰ ਲਹਿਰ ਹੈ। ਅਤੇ ਉਹਨਾਂ ਦਾ ਜਦੋਂ ਇਹ ਮਨੋਰਥ ਸੀ ਤਾਂ ਜ਼ਾਹਰ ਹੈ ਕਿ ਉਹ ਜਿਸ ਮੁਲਕ ਨੂੰ ਸਿਰਜਣਾ ਚਾਹੁੰਦੇ ਸੀ ਉਸ ਦੇ ਵਿੱਚ ਤਾਂ ਇਸ ਦੇ ਲਈ ਕੋਈ ਜਗ੍ਹਾ ਹੋਣੀ ਹੀ ਨਹੀਂ ਚਾਹੀਦੀ, ਉਹ ਤਾਂ ਸਵਾਲ ਹੀ ਪੈਦਾ ਨਹੀਂ ਹੋਣੀ ਚਾਹੀਦਾ। ਇੱਕ 100 ਸਾਲ ਦੇ ਸਫ਼ਰ ਦੇ ਬਾਅਦ ਚਾਹੀਦਾ ਤਾਂ ਇਹ ਸੀ ਕਿ ਅਸੀਂ ਉਸ ਧਰਤੀ ਨੂੰ ਉਸ ਉੱਤਮਤਾ ਦੇ ਲੈ ਜਾਂਦੇ ਜਿੱਥੇ ਕਿ ਅਸੀਂ ਪਿਛਲੀਆਂ ਜਿਹੜੀਆਂ ਸਦੀ ਦੀਆਂ ਪੁਰਾਣੀਆਂ ਧਰਤੀਆਂ ਦੀ ਵਿਤਕਰੇ ਦੀ ਨੀਤੀ ਹੈ ਉਸ ਨੂੰ ਰੱਦ ਕਰਦੇ। ਹੋਇਆ ਉਲਟ ਕੇ ਇਸ ਧਰਤੀ ਨੇ ਤਾਂ ਉਹ ਰੰਗ ਨਸਲ ਮੁਕਾਇਆ, ਪਰ ਜਿੱਥੇ ਅਸੀਂ ਜਿਹੜੇ ਸੰਘਰਸ਼ ਕਰਨ ਵਾਲੇ ਸੀ ਉੱਥੇ ਸਾਨੂੰ ਹੁਣ ਇੱਕ ਨਵਾਂ ਸੰਘਰਸ਼ ਕਰਨਾ ਪੈ ਰਿਹਾ। ਇਹ ਬੜੀ ਵਿਡੰਬਣਾ। ਦੇਖੋ ਗੱਲ ਇਸ ਤਰ੍ਹਾਂ ਕਿ ਆਪਾਂ ਬਿਲਕੁਲ ਇਮਾਨਦਾਰੀ ਨਾਲ ਜੇ ਗੱਲ ਕਰੀਏ, ਇਸ 'ਚ ਕੋਈ ਸ਼ੱਕ ਨਹੀਂ ਕਿ ਕੈਨੇਡਾ 'ਚ ਨਸਲਵਾਦ ਅਜੇ ਵੀ ਐਗਜ਼ਿਸਟ ਕਰਦਾ। ਜਿਵੇਂ ਹੁਣ ਤਾਜ਼ਾ ਮਿਸਾਲਾਂ ਨੇ ਸਾਡੇ ਕੋਲ ਕਿ ਟ੍ਰਾਂਜ਼ਿਟ ਜਿਹੜੀ ਹੈ ਉਸ ਦੇ ਅਫਸਰ ਇੱਕ ਜ਼ਖਮੀ ਹੋਇਆ। ਕੋਈ ਵਿਅਕਤੀ ਟ੍ਰੇਨ ਤੇ ਚੜ੍ਹ ਕੇ ਜਿਹੜਾ ਨਾਜ਼ੀਵਾਦੀ ਦਾ ਸਵਸਤਿਕਾ ਚਿੰਨ੍ਹ ਆ ਉਹ ਵਾਰ ਰਿਹਾ ਸੀ। ਲੋਕਾਂ ਨੇ ਰਿਪੋਰਟ ਕਰਤਾ, ਟ੍ਰਾਂਜ਼ਿਟ ਅਫਸਰ ਪਹੁੰਚੇ ਨੇ, ਉਹਨੂੰ ਫੜਿਆ, ਉਸ ਦੇ ਵਿੱਚ ਜ਼ਖਮੀ ਹੋ ਗਿਆ ਟ੍ਰਾਂਜ਼ਿਟ ਅਫਸਰ। ਅੱਛਾ, ਕਾਫੀ ਰੌਲਾ ਪਿਆ ਇਸ ਗੱਲ ਦਾ। ਫਿਰ ਜੋ ਜਾਰਜ ਫਲੋਇਡ ਨਾਲ ਹੋਇਆ ਉਸ ਨੂੰ ਲੈ ਕੇ ਰੈਲੀਆਂ ਹੋਈਆਂ, ਅਸੀਂ ਵੇਖ ਰਹੇ ਹਾਂ ਲੋਕੀ ਮੂਲ ਵਾਸੀ ਲੋਕਾਂ ਨਾਲ ਜ਼ਿਆਦਤੀਆਂ ਹੋ ਰਹੀਆਂ। ਨਸਲਵਾਦ ਉਦੋਂ ਵੀ ਸੀਗਾ ਤਾਂ ਅੱਜ ਵੀ ਹੈ, ਇਸ 'ਚ ਕੋਈ ਸ਼ੱਕ ਨਹੀਂ ਗਾ। ਪਰ ਸਾਨੂੰ ਇਹ ਤੁਸੀਂ ਗੱਲ ਬਿਲਕੁਲ ਸਹੀ ਕਹੀ ਆ ਕਿ ਕੈਨੇਡਾ ਨੇ ਆਪਣੇ ਆਪ ਨੂੰ ਸੁਧਾਰਿਆ ਵੀ ਹੈ ਜੀ, ਔਰ ਸੁਧਾਰ ਇਸ ਪੱਧਰ ਤੇ ਹੋਇਆ ਕਿ ਜਦੋਂ ਇੱਥੇ ਕੋਈ ਗੱਲ ਹੁੰਦੀ ਲੋਕ ਸੜਕਾਂ 'ਤੇ ਨਿਕਲ ਵੀ ਆਉਂਦੇ ਨੇ, ਖੁੱਲ੍ਹ ਕੇ ਗੱਲ ਵੀ ਕਰਦੇ ਨੇ, ਆਪਣੇ ਪ੍ਰਾਈਮ ਮਿਨਿਸਟਰ ਦੀ ਆਲੋਚਨਾ ਵੀ ਕਰਦੇ ਨੇ। ਜਿਵੇਂ ਕਿ ਟੋਰੀ ਪਾਰਟੀ ਦੇ ਇੱਕ ਲੀਡਰ ਨੇ ਸਾਡੇ ਇੱਥੋਂ ਦੀ ਜਿਹੜੀ ਮੁੱਖ ਡਾਕਟਰ ਹੈ ਉਸ ਦੇ ਚੀਨੀ ਮੂਲ ਦੀ, ਉਸ ਦੇ ਬਾਰੇ ਆਵਾ-ਤਵਾ ਬੋਲਿਆ, ਪੂਰਾ ਦੇਸ਼ ਇਕੱਠਾ ਹੋ ਗਿਆ। ਪਰ ਭਾਰਤ ਵਿੱਚ ਅਫਸੋਸ ਦੀ ਇਸ ਗੱਲ ਇਹ ਹੈ ਕਿ ਉੱਥੇ ਬਿਲਕੁਲ ਹੀ ਖਾਮੋਸ਼ੀ ਤੇ ਸਨਾਟਾ। ਉੱਥੇ ਜਿਹੜੇ ਲੋਕ ਵਿਰੋਧ ਕਰਦੇ ਨੇ ਉਹਨਾਂ ਦੀ ਵਿਰੋਧ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਸੀਏ ਦੀ ਜੇ ਵੀ ਗੱਲ ਕਰੀਏ, ਹੁਣ ਜਿਹੜੇ ਲੋਕਾਂ ਨੇ ਸੀਏ ਦੇ ਵੇਲੇ ਜਿਹੜੇ ਪ੍ਰੋਟੈਸਟ ਹੋ ਰਹੇ ਸੀਗੇ, ਜਿਹੜੀ ਭੜਕਾਹਟ ਪੈਦਾ ਕੀਤੀ ਜਿਹੜੇ ਸ਼ਾਂਤਮਈ ਮੁਖਾਬਾਕਾਰੀ ਦੇ ਖਿਲਾਫ, ਉਹਨਾਂ ਨੂੰ ਤਾਂ ਸਰਕਾਰ ਨੇ ਕੁਝ ਕਿਹਾ ਨਹੀਂ ਗਾ। ਜਿਹੜੇ ਵਿਰੋਧ ਕਰ ਰਹੇ ਸੀਗੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ ਅਜੇ ਵੀ, ਕੋਵਿਡ-19 ਦੇ ਬਾਵਜੂਦ। ਤੁਸੀਂ ਇਹ ਵੇਖੋ ਗੁਰਿੰਦਰ ਸਿੰਘ ਜੀ ਕਿ ਉੱਥੇ ਹਾਲਾਤ ਇਹ ਨੇ ਕਿ ਮੈਂ ਤਾਂ ਇਹ ਕਹੂੰਗਾ ਸਿੱਧੇ ਤੌਰ ਤੇ ਕਿ ਉੱਥੇ ਤਾਂ ਕੋਈ ਸਿੱਖਿਆ ਹੀ ਨਹੀਂ ਗਾ। ਉੱਥੇ ਤਾਂ ਹਜ਼ਾਰਾਂ ਸਾਲਾਂ ਤੋਂ ਜਿਹੜੀ ਇੱਕ ਜ਼ਾਤ ਪਾਤ ਦਾ ਕੋਡ ਚੱਲਦਾ ਆ ਰਿਹਾ, ਅਸੀਂ ਉਸ ਨੂੰ ਵੀ ਨਹੀਂ ਹੂੰਝ ਕੇ ਸੁੱਟ ਸਕੇ। ਉਸ ਨੂੰ ਅਜੇ ਅਸੀਂ ਯਥਾਰਥ ਮੰਨ ਕੇ ਬੈਠੇ ਹਾਂ, ਅਜੇ ਵੀ ਮੰਨ ਕੇ ਬੈਠੇ ਹਾਂ ਕਿ ਇਹ ਰੱਬੀ ਫਰਮਾਨ ਆ। ਕਈ ਵਾਰੀ ਜ਼ਿਆਦਤੀ ਅਸੀਂ ਇਹ ਕਰਦੇ ਹਾਂ ਕਿ ਅਸੀਂ ਕਹਿੰਦੇ ਜਦੋਂ ਗੋਰੇ ਆਏ, ਉਹਨਾਂ ਨੇ ਰਾਜ ਕੀਤਾ ਭਾਰਤ ਤੇ, ਉਹਨਾਂ ਨੇ ਆ ਕੇ ਸਾਨੂੰ ਵੰਡੋ ਤੇ ਰਾਜ ਕਰੋ ਦੀ ਨੀਤੀ ਚਲਾਈ। ਇਹ ਬਿਲਕੁਲ ਗਲਤ ਆ। ਵੰਡੇ ਅਸੀਂ ਪਹਿਲਾਂ ਹੀ ਪਏ ਸੀਗੇ ਜ਼ਾਤਾਂ ਦੇ ਆਧਾਰ ਤੇ। ਜਦੋਂ ਗੁਰੂ ਸਾਹਿਬ ਨੇ ਵੀ 5 ਪਿਆਰੇ ਸਾਜੇ ਆ, ਤਾਂ ਕਿਉਂ ਸਾਜੇ? ਕਿਉਂਕਿ ਸਮਾਜ ਵਿੱਚ ਵੰਡ ਸੀ। ਤਾਂ ਵੰਡ ਤਾਂ ਬੜੇ ਚਿਰ ਦੀ ਹੈ। ਇਹ ਭੁਲੇਖੇ ਨਾ ਕੋਈ ਰਵੇ ਕਿ ਜੀ ਸ਼ਾਇਦ ਅਸੀਂ ਬਹੁਤ ਸੁਥਰੇ ਹਾਂ, ਸਾਡੇ ਸੰਸਕਾਰ ਕਿੰਨੇ ਘਟੀਆ ਨੇ, ਕਿੱਡੇ ਨਿਰਦਈ ਨੇ। ਇਸ ਦੀ ਮਿਸਾਲ ਇਹ ਹੈ ਕਿ ਅਸੀਂ ਪਹਿਲਾਂ ਹੀ ਜ਼ਾਤਾਂ ਦੇ ਆਧਾਰ ਤੇ ਵੰਡੇ ਹੋਏ ਸੀ। ਬਾਹਰਲੇ ਧਾੜਵੀ ਨੇ ਤਾਂ ਫਾਇਦਾ ਚੁੱਕਿਆ ਉਸ ਚੀਜ਼ ਦਾ ਆ ਕੇ। ਜੇ ਤੁਹਾਡੇ ਪੱਲੇ ਕੁਝ ਹੁੰਦਾ, ਤੁਹਾਡੀ ਉਦਾਰਤਾ ਹੁੰਦੀ, ਤਾਂ ਮੁਗਲਾਂ ਨੇ ਰਾਜ ਕਿਵੇਂ ਕਰ ਲੈਣਾ ਸੀਗਾ? ਜੇ ਮੁਗਲ ਰਾਜ ਨਾ ਕਰਦੇ, ਇੰਨਾ ਕੋਈ ਜ਼ੁਲਮ ਨਾ ਹੁੰਦਾ, ਗੁਰੂ ਸਾਹਿਬ ਨੂੰ ਖਾਲਸਾ ਪੰਥ ਸਾਜਣ ਦੀ ਕੀ ਲੋੜ ਸੀ? ਸੋ ਮੇਰਾ ਮਤਲਬ ਕਹਿੰਦਾ ਕਿ ਮੈਂ ਤਾਂ ਥੋੜ੍ਹਾ ਪਿੱਛੇ ਗਿਆ ਕਿ ਦੱਸਣ ਲਈ ਕਿ ਸਾਡਾ ਜਿਹੜਾ ਇਹ ਜ਼ਾਤ ਪਾਤ ਦਾ ਕੋਡ ਆਪਣੇ ਆਪ 'ਚ ਇਹ ਸਦੀਆਂ ਤੋਂ ਚੱਲਦਾ ਆ ਰਿਹਾ। ਅਸੀਂ ਉਸ ਨੂੰ ਨਹੀਂ ਮਿਟਾ ਸਕੇ ਹੁਣ ਤੱਕ। ਗੱਲਾਂ ਅਸੀਂ ਕਿਹੜੀ ਕਰ ਰਹੇ ਹਾਂ? ਆ ਕੁਝ ਦਿਨ ਪਹਿਲਾਂ ਇੱਕ ਡਿਵੈਲਪਮੈਂਟ ਹੋਈ ਹੈ, ਪੰਜਾਬ ਪੁਲਿਸ ਨੇ ਆਪਣੇ ਇੱਕ ਦਸਤਾਵੇਜ਼ ਦੇ ਵਿੱਚ ਅਫਰੀਕੀ ਮੂਲ ਦੇ ਲੋਕਾਂ ਬਾਰੇ ਕੋਈ ਘਟੀਆ ਸ਼ਬਦਾਵਲੀ ਇਸਤੇਮਾਲ ਕੀਤੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਝਾੜ ਪਾਈ ਪੰਜਾਬ ਪੁਲਿਸ ਨੂੰ ਕਿ ਇਹ ਜਿਹੜਾ ਸ਼ਬਦਾਵਲੀ ਤੁਸੀਂ ਵਰਤੀ ਹੈ ਅੰਤਰਰਾਸ਼ਟਰੀ ਪੱਧਰ ਤੇ ਨਕਾਰੀ ਜਾ ਚੁੱਕੀ ਹੈ। ਤੁਸੀਂ ਇਸ ਨੂੰ ਆਪਣੇ FIR ਕਿਸੇ ਡਾਕੂਮੈਂਟ 'ਚ ਕਿਉਂ ਸ਼ਾਮਲ ਕੀਤਾ? ਅਸੀਂ ਮਤਲਬ ਕਿ ਆਪਣਾ ਸਵੈ ਪੜਚੋਲ ਕਰ ਹੀ ਨਹੀਂ ਰਹੇ। ਹੁਣ ਜਦੋਂ ਅਸੀਂ ਟਰੰਪ ਨੇ ਸੋਚਿਆ ਵਾਸ਼ਿੰਗਟਨ ਦੇ ਵਿੱਚ ਮੈਂ ਫੌਜ ਭੇਜੂੰਗਾ, ਫੌਜੀ ਅਫਸਰ ਉਹਦੇ ਖਿਲਾਫ ਖੜੇ ਹੋ ਗਏ। ਬਿਲਕੁਲ। ਪਰ ਭਾਰਤ ਵਿੱਚ ਬਲੂ ਸਟਾਰ ਆਪਰੇਸ਼ਨ ਮੇਰੇ ਫੌਜੀ ਕਿੱਥੇ ਸੀਗੇ? ਉਹਦੇ ਅਫਸਰ ਜਿਹੜੇ ਹਿੱਕ ਤਾਣ ਕੇ ਕਹਿੰਦੇ ਕਿ ਅਸੀਂ ਜ਼ਿਆਦਤੀ ਨਹੀਂ ਹੋਣ ਦੇਣੀ, ਅਸੀਂ ਆਪਣੇ ਲੋਕਾਂ 'ਤੇ ਗੋਲੀਆਂ ਨਹੀਂ ਚਲਾਉਣੀਆਂ। ਸੋ ਬਹੁਤ ਵੱਡਾ ਅੰਤਰ ਆ। ਇਸ ਅੰਤਰ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਐਵੇਂ ਆਪਾਂ ਕਹੀ ਚਲੀਏ ਕਿ ਦੋਨਾਂ ਨੂੰ ਬਰਾਬਰ ਖੜਾ ਕਰ ਦਈਏ, ਉਹ ਗੱਲ ਠੀਕ ਨਹੀਂ।
ਸੋ ਗਦਰੀ ਬਾਬੇ ਜਿਸ ਕਿਸਮ ਦਾ ਨਿਜ਼ਾਮ ਉਸ ਸਾਬਤ ਕਰਨਾ ਚਾਹੁੰਦੇ ਸੀ, ਉਸ ਦੀ ਪ੍ਰੇਰਣਾ ਉਹਨਾਂ ਇੱਥੋਂ ਲਈ ਆ ਕੇ ਜੀ ਔਰ ਸੱਚਾਈ ਇਹ ਸਾਨੂੰ ਮੰਨਣੀ ਪਏਗੀ। ਜਿੱਥੋਂ ਤੱਕ ਅਸੀਂ ਆਪਣੇ ਵਿਰਸੇ ਦੀ ਗੱਲ ਕਰਦੇ ਹਾਂ, ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਜਿਹੜਾ ਗੁਰੂ ਸਾਹਿਬ ਦਾ ਸੰਕਲਪ ਹੈ ਜਾਂ ਖਾਲਸੇ ਦਾ ਜਿਹੜਾ ਸੰਕਲਪ ਹੈ, ਸਿਰਜਣਾ ਦਾ ਰੰਗ ਨਸਲ ਜਾਤ ਕੌਮ ਸਾਰਾ ਨਾਸ਼ ਕਰਨ ਦੀ ਗੱਲ, ਤੇ ਉਹ ਇੱਕ ਬੜਾ ਵੱਡਾ ਸੁਨੇਹਾ ਵੀ ਸੀ। ਤੇ ਉਹ ਜਿਹੜਾ ਪਹਿਲਾਂ ਚੱਲਿਆ ਆ ਰਿਹਾ ਜਾਤੀਵਾਦ ਦਾ ਸਿਸਟਮ ਸੀ, ਉਸ ਦੇ ਕਫਨ ਦੇ ਵਿੱਚ ਕਿੱਲ ਵੀ ਸੀ। ਪਰ ਅਫਸੋਸ ਇਸ ਗੱਲ ਦਾ ਕਿ ਅਜੇ ਵੀ ਅਸੀਂ ਪੰਜਾਬ ਦੇ ਵਿੱਚ ਪਿੱਛੇ ਜੇ 2-3 ਪੰਚਾਇਤਾਂ ਦੀ ਗੱਲ ਵੀ ਸਾਡੇ ਸਾਹਮਣੇ, ਜਿਨ੍ਹਾਂ ਪੰਚਾਇਤਾਂ ਨੇ ਕੁਝ ਮਤੇ ਪਾਸ ਕੀਤੇ ਨੇ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਚੀਜ਼ ਜਿਹੜੀ ਹੈ ਦੇਸ਼ ਦੇ ਬਾਕੀ ਹਿੱਸਿਆਂ 'ਚ ਤਾਂ ਮੰਨੀ ਜਾ ਸਕਦੀ ਹੈ ਕਿ ਹੋ ਰਹੀ ਹੈ, ਜੋ ਕਿ ਬਹੁਤ ਮਾੜੀ ਹੈ। ਪੰਜਾਬ ਦੇ ਵਿੱਚ ਇਸ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ। ਤੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਜਦੋਂ ਅਸੀਂ ਕਈ ਵਾਰ ਗੱਲਾਂ ਕਲਾਕਾਰਾਂ ਦੇ ਕਈ ਲਫ਼ਜ਼ਾਂ ਨੂੰ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਫਿਲਮ ਬਣਾ ਦਿੱਤੀ ਕਿ ਫਿਲਮ ਦੇ ਵਿੱਚ ਸਮੂਹਿਕ ਤੌਰ 'ਤੇ ਇੱਕ ਦਲਿਤ ਪਰਿਵਾਰ ਦੇ ਨਾਲ ਇੱਕ ਜਿਹੜੇ ਆ ਉੱਚ ਜਾਤੀ ਵਾਲੇ ਬਲਾਤਕਾਰ ਕਰ ਰਹੇ ਨੇ, ਘਟਨਾਵਾਂ ਪਾਣੀ ਭਰਨ ਤੋਂ ਰੋਕ ਰਹੇ ਨੇ, ਜਾਂ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ। ਇਹ ਬਹੁਤ ਗਲਤ ਪ੍ਰਚਾਰ ਹੈ, ਜਦਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਫਰਕ ਹੈ, ਲੇਕਿਨ ਅਜੇ ਵੀ ਉਹ ਜੜ ਖਤਮ ਨਹੀਂ ਹੋਈ। ਪਰ ਦੂਸਰੇ ਪਾਸੇ ਜਿਹੜੀ ਗੱਲ ਅਸੀਂ ਕੇਂਦਰ ਦੇ ਵਿੱਚ ਰੱਖ ਰਹੇ ਹਾਂ ਉਹ ਇਹ ਹੈ ਕਿ ਜਿਸ ਮੁਲਕ ਦੇ ਵਿੱਚ ਅਸੀਂ ਇਸ ਵੇਲੇ ਕਾਮਾਗਾਟਾ ਮਾਰੂ ਦੀ ਮੁਆਫੀ ਦੇ ਨਾਲ ਆਪਣੇ ਆਪ ਨੂੰ ਬੜਾ ਹੁੱਬ ਕੇ ਕਹਿ ਰਹੇ ਹਾਂ ਕਿ ਇਹ ਸਾਡੀ ਪ੍ਰਾਪਤੀ ਹੈ, ਅਸੀਂ 100 ਸਾਲ ਬਾਅਦ ਮਾਫੀ ਮੰਗਾ ਲਈ ਹੈ। ਮਾਫੀ ਮੰਗਾਉਣ ਵਾਲੇ ਇਹ ਜ਼ਰੂਰ ਗੱਲ ਕਰਨ ਕਿ ਉਹਨਾਂ ਦੀ ਆਪਣੀ ਧਰਤੀ ਤੇ ਜੋ ਅੱਜ ਜ਼ਿਆਦਤੀਆਂ ਹੋਈਆਂ, ਇਹਨਾਂ ਦੀ ਮਾਫੀ ਕਦੋਂ ਮੰਗੀ ਜਾਏਗੀ। ਪਹਿਲੀ ਗੱਲ ਇਹ ਕਿ ਭਾਰਤ ਵਿੱਚ ਜਿਹੜੇ ਹਾਲਾਤ ਨੇ, ਜੇ ਇਸ ਮਾਫੀ ਤੋਂ ਕੁਝ ਸਿੱਖਣਾ ਹੋਵੇ ਇਹਨਾਂ ਮਾਫੀਆਂ ਤੋਂ, ਹਾਂਜੀ, ਪਹਿਲੀ ਗੱਲ ਹੈ ਕਿ ਬਹੁਤ ਵਧੀਆ ਹੋਵੇ ਕਿ ਉੱਥੋਂ ਦੀ ਪਾਰਲੀਮੈਂਟ 'ਚ ਮਨੂ ਸਮ੍ਰਿਤੀ ਦੀ ਮਾਫੀ ਮੰਗੀ ਜਾਵੇ ਕਿ ਮਨੂ ਸਮ੍ਰਿਤੀ ਲਾਗੂ ਸਾਡੇ ਬਜ਼ੁਰਗਾਂ ਨੇ ਕੀਤੀ ਸੀ, ਅਸੀਂ ਸ਼ਰਮਸਾਰ ਹਾਂ, ਅਸੀਂ ਮਾਫੀ ਮੰਗਦੇ ਹਾਂ, ਉਹਨੂੰ ਨਕਾਰਦੇ ਹਾਂ। ਡਾਕਟਰ ਅੰਬੇਦਕਰ ਜਿਹੜੇ ਭਾਰਤੀ ਸੰਵਿਧਾਨ ਦੇ ਰਚਨਹਾਰ ਸੀਗੇ, ਉਹਨਾਂ ਨੇ ਮਨੂ ਸਮ੍ਰਿਤੀ ਨੂੰ ਫੂਕਿਆ ਸੀਗਾ ਜੀ, ਤੁਸੀਂ ਵੀ ਫੂਕ ਦਿਓ, ਖਤਮ ਕਰੋ ਗੱਲ, ਮਨੂ ਸਮ੍ਰਿਤੀ ਨੂੰ ਫੂਕ ਦਿਓ। ਮਨੂ ਦਾ ਬੁੱਤ ਲਾਇਆ ਰਾਜਸਥਾਨ ਹਾਈ ਕੋਰਟ ਦੇ ਬਾਹਰ, ਉਹ ਚੱਕ ਕੇ ਢਾਓ ਉਹਨੂੰ। ਅੱਜ ਹੁਣ ਇੱਥੇ ਹੋ ਰਿਹਾ ਨਾ ਅਮਰੀਕਾ 'ਚ ਬੁੱਤ ਢਾਏ ਜਾ ਰਹੇ, ਕੋਲੰਬਸ ਦਾ, ਗਾਂਧੀ ਦਾ, ਫਲਾਣੇ ਦਾ, ਟਮਕਾਣੇ ਦਾ। ਦਿਨ ਆਊਗਾ ਉੱਥੇ ਵੀ ਮਨੂ ਦਾ ਬੁੱਤ ਵੀ ਢਾਇਆ ਜਾਊਗਾ ਜੇ ਸਰਕਾਰ ਨੇ ਨਾ ਸੁਣਿਆ। ਫਿਰ ਜਿਹੜੀਆਂ ਪਿੱਛੇ ਜਾਤੀਆਂ ਹੋਈਆਂ ਨੇ, 84 ਦਾ ਕਤਲੇਆਮ ਹੈ, 2002 ਦੇ ਕਤਲੇਆਮ ਹੈ, ਹੋਰ ਬੜਾ ਕੁਛ ਹੈ, ਮੰਗ ਲਓ ਮਾਫੀਆਂ। ਇਹਨਾਂ ਨੂੰ ਤਾਂ ਅਸੀਂ ਬੜਾ ਹਰ ਵੇਲੇ ਧੌਣ ਤੇ ਚੜੇ ਰਹਿੰਦੇ ਹਾਂ। ਟਰੂਡੋ ਦੇ ਕਦੇ, ਹਾਰਪਰ ਦੇ ਕਦੇ, ਕਿਸੇ ਦੇ ਮਾਫੀ ਮੰਗੀ ਜਾਵੇ, ਉਹਨਾਂ ਨੇ ਮੰਗ ਵੀ ਲਈ ਜਾਂ ਤਾਂ ਨਾ ਮੰਗੀ ਹੋਵੇ। ਮੈਂ ਕਈ ਵਾਰੀ ਸੋਚਦਾ ਇੱਕ ਗੁਰਪ੍ਰੀਤ ਸਿੰਘ ਜੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮਾਫੀ ਮੰਗ ਗਿਆ, ਪਾਰਲੀਮੈਂਟ ਦੇ ਵਿੱਚ ਮਾਫੀ ਮੰਗ ਲਈ, ਇਤਿਹਾਸ ਦੇ ਵਿੱਚ ਪੜ੍ਹਾਉਣ ਦੀ ਗੱਲ ਕਰ ਲਈ, ਉਦੋਂ ਬਾਅਦ ਹੁਣ ਤਾਂ ਦੇਸ਼ ਦੇ ਵਿੱਚ ਸੈਂਕੜੇ ਸ਼ਹਿਰ ਨੇ, ਹੁਣ ਸਾਰੇ ਸ਼ਹਿਰਾਂ ਦੇ ਵਿੱਚ ਆਪਾਂ ਸਿਟੀ ਕੌਂਸਲਾਂ 'ਚ ਮਾਫੀਆਂ ਮੰਗਾਵਾਂਗੇ। ਉਸ ਮਾਫੀ ਤੋਂ ਵੱਡੀ ਤਾਂ ਫਿਰ ਵੀ ਮਾਫੀ ਨਹੀਂ ਜਿਹੜੀ ਪਾਰਲੀਮੈਂਟ 'ਚ ਮੰਗੀ ਗਈ। ਹੁਣ ਤਾਂ ਕੋਈ ਨਵੀਂ ਗੱਲ ਕਰਨ ਦੀ ਲੋੜ ਹੈ ਕਿ ਜਿਹੜੀਆਂ ਅੱਜ ਕੈਨੇਡਾ ਦੇ ਵਿੱਚ ਜ਼ਿਆਦਤੀਆਂ ਹੋ ਰਹੀਆਂ, ਜੇ ਇੱਥੇ ਨਸਲਵਾਦ ਹੈ, ਉਹਦੇ ਵਾਸਤੇ ਕੋਈ ਕਾਰਵਾਈ ਲਈ ਮਾਫੀ ਉਠਾਓ, ਜਾਂ ਜੇ ਸਾਡੇ ਅਮਰੀਕਾ 'ਚ ਬੈਠੇ ਨੇ ਉੱਥੇ ਨਸਲਵਾਦ ਹੋ ਰਿਹਾ, ਉਸ ਲਈ ਮਾਫੀ ਦੀ ਗੱਲ ਕਰੀਏ, ਜਾਂ ਭਾਰਤ ਦੇ ਵਿੱਚ ਜਿਹੜਾ ਜਿਸ ਕਿਸਮ ਦਾ ਆਹ ਨਸਲਵਾਦ ਹੋ ਰਿਹਾ ਉਹਦੀ ਮਾਫੀ ਦੀ ਗੱਲ ਕਰੀਏ। ਬਾਬਿਆਂ ਦੀਆਂ ਮਾਫੀਆਂ ਤਾਂ ਬਹੁਤ ਹੋ ਗਈਆਂ, ਨਾਲੇ ਇਹਨਾਂ ਮਾਫੀਆਂ ਨਾਲ ਨਾ ਉਹਨਾਂ ਨੇ ਵਧਣਾ ਨਾ ਘਟਣਾ, ਉਹ ਤਾਂ ਜੋ ਕਰ ਗਏ, ਇਤਿਹਾਸ ਬਣ ਗਿਆ। ਤੇ ਉਹਨਾਂ ਦਾ ਇਤਿਹਾਸ ਅੱਜ ਸੁਨਹਿਰੀ ਅੱਖਰਾਂ 'ਚ ਅੰਕਿਤ ਹੈ, ਪਰ ਸਾਡਾ ਕਾਲੇ ਅੱਖਰਾਂ 'ਚ ਲਿਖਿਆ ਜਾਣਾ। ਦੇਖੋ ਇਹ ਹੈਗੀ ਮਾਫੀਆਂ ਦੀ ਸਿਆਸਤ। ਇੱਕ ਗਰੁੱਪ ਕਹਿੰਦਾ ਅਸੀਂ ਮੰਗਵਾਈ, ਇੱਕ ਕਹਿੰਦਾ ਲੈ ਜੀ ਮੈਂ ਇੱਕ ਹੋਰ ਮੰਗਵਾ ਲਈ, ਮੈਂ ਫਲਾਣੇ ਸ਼ਹਿਰ ਤੋਂ ਮੰਗਵਾਈ ਚੱਲੋ। ਇਸ ਕੰਪੀਟੀਸ਼ਨ 'ਚ ਕੱਢਣ ਪਾਉਣ ਨੂੰ ਕੱਖ ਨਹੀਂਗਾ, ਕਿਉਂਕਿ ਚਾਰਲਿਸ ਸਮਿਥ ਜਿਹੜੇ ਜਾਰਜੀਆ ਸਟੇਟ ਦੇ ਐਡੀਟਰ ਕਈ ਵਾਰੀ ਕਹਿੰਦੇ ਕਿ ਜਿਹੜੀ, ਜਿਵੇਂ ਤੁਸੀਂ ਸ਼ੁਰੂ 'ਚ ਵੀ ਕਿਹਾ ਸੀਗਾ ਕਿ 100 ਸਾਲ ਪੁਰਾਣੀ ਜਿਹੜੀ ਗੱਲ ਕਰਨੀ ਬਹੁਤ ਸੌਖੀ ਹੈ, ਹਾਂਜੀ, ਉਸ ਲਈ ਮਾਫੀ ਮੰਗਣੀ ਵੀ ਸੌਖੀ ਹੈ। ਹੁਣ ਜਿਹੜੀਆਂ ਜ਼ਿਆਦਤੀਆਂ ਹੋ ਰਹੀਆਂ ਉਸ ਨੂੰ ਸਹੀ ਤਰੀਕੇ ਨਾਲ ਐਡਰੈਸ ਕਰਨਾ ਇਹ ਵੱਡਾ ਸਵਾਲ ਆ। ਦੇਖੋ ਮੈਂ ਜਦੋਂ ਬਜਬਜ ਘਾਟ ਜਿੱਥੇ ਹੈ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਗੁਰਿੰਦਰ ਸਿੰਘ ਜੀ, ਤੇ ਉੱਥੇ ਸਾਲ 2010 ਦੀ ਮੈਂ ਗੱਲ ਕਰਦਾ, ਤੇ ਬਕਾਇਦਾ ਉੱਥੇ ਗੁਰਦੁਆਰਾ ਬਣਿਆ ਹੋਇਆ, ਹਾਂਜੀ, ਉਸ ਦਾ ਨਾਂ ਹੀ ਕਾਮਾਗਾਟਾ ਮਾਰੂ ਸ਼ਹੀਦਗੰਜ, ਬਿਲਕੁਲ ਸਹੀ, ਬਾਹਰ ਉੱਪਰ ਬੰਗਲਾ 'ਚ ਵੀ ਲਿਖਿਆ, ਗੁਰਮੁਖੀ 'ਚ ਵੀ ਲਿਖਿਆ। ਮੈਂ ਫੋਟੋ ਵੀ ਖਿੱਚੀਆਂ ਸੀ ਉਹਦੀਆਂ, ਤੇ ਉਹ ਜਿਹੜਾ ਦਰਖਤ ਵੀ ਹੁਣ ਉਸ ਹਾਲਤ 'ਚ ਨਹੀਂ ਰਿਹਾ ਜਿੱਥੇ ਗੋਲੀਆਂ ਦੇ ਨਿਸ਼ਾਨ ਸੀਗੇ। ਸਟੇਸ਼ਨ ਅਜੇ ਪੁਰਾਣਾ ਸੀਗਾ ਉੱਦਾਂ ਦਾ। ਮੈਂ ਦੱਸਣਾ ਚਾਹ ਰਿਹਾ ਵੀ ਉੱਥੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ ਉਹ ਆਪਣਾ ਉਹਨਾਂ ਨੂੰ ਯਾਦ ਵੀ ਕਰਦੇ ਨੇ, ਗੁਰਦੁਆਰਾ ਖੜਾ ਕੀਤਾ ਹੋਇਆ, ਇਹ ਆਪਣੇ ਆਪ 'ਚ ਕਾਫੀ ਆ। ਤੁਸੀਂ ਉੱਥੋਂ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਉਸ ਸ਼ਹੀਦੀ ਸਥਲ ਤੋਂ ਜਾਂ ਸਥਾਨ ਤੋਂ ਆਪਣੀ ਸੇਧ ਲੈ ਕੇ ਬਿਲਕੁਲ ਅੱਜ ਕਿਵੇਂ ਜ਼ੁਲਮ ਹੋ ਰਿਹਾ ਉਸ ਦੇ ਖਿਲਾਫ ਖੜੇ ਹੋ, ਸਵਾਦ ਇਹ ਹੈ, ਇਹ ਸਵਾਦ। ਔਰ ਉਹ ਤੁਹਾਨੂੰ ਸਿੱਖੀ ਸਿਖਾਵੇ ਰਹੀ। ਔਰ ਮੈਂ ਸਮਝਦਾ ਸਿੱਖ ਭਾਈਚਾਰੇ ਨੇ ਇਸ ਗੱਲੋਂ ਲੀਡਰਸ਼ਿਪ ਆਪਣੀ ਸ਼ੋਅ ਕੀਤੀ ਹੈ, ਕਿਉਂਕਿ ਜਦੋਂ ਹੁਣ ਸੀਏ ਦਾ ਮਸਲਾ ਆਇਆ ਤਾਂ ਵੀ ਮੂਰੇ ਸੀਗੇ, ਜਦੋਂ ਜਾਰਜ ਫਲੋਇਡ ਦਾ ਮਸਲਾ ਆਇਆ ਤਾਂ ਵੀ ਮੂਰੇ ਸੀਗੇ, ਹਾਂਜੀ, ਮਤਲਬ ਹਮੇਸ਼ਾ ਹੀ ਲੀਡਰਸ਼ਿਪ ਸ਼ੋਅ ਕੀਤੀ। ਸੋ ਇਹ ਜਿਹੜਾ ਇਸ ਕਿਸਮ ਦੀ ਜਿਹੜੀ ਪੋਲਿਟਿਕਸ ਚੱਲ ਰਹੀ ਕਿ ਮਾਫੀ ਮੰਗਵਾ ਲਈ, ਮਾਫੀ ਮੰਗ ਲਈ ਗਈ, ਫਿਰ ਬਾਗੀਆਂ ਪਾ ਦਿੱਤੀਆਂ ਗਈਆਂ, ਇਹ ਗੱਲਾਂ ਬੜੀਆਂ ਬੇਮਾਨੀਆਂ ਨੇ।
ਗੱਲ ਇਹ ਕਿ ਅੱਜ ਵੀ ਜਾਤੀਆਂ ਹੋ ਰਹੀਆਂ, ਉਸ ਦੇ ਖਿਲਾਫ ਗੱਲ ਕਰੋ। ਹੁਣ ਵੀ ਜਿਹੜਾ ਸਿਆਣਤ ਦੇ ਲੋਕਾਂ ਨਾਲ ਨਾਇਨਸਾਫੀ ਹੋ ਰਹੀ ਹੈ, ਜੀ ਖੁੱਲ ਕੇ ਜਾਓ, ਗੱਲ ਕਰੋ ਆਪਣੀ। ਕੋਵਿਡ-19 ਕਰਕੇ ਵੱਡੇ ਇਕੱਠ ਨਹੀਂ ਹੋ ਸਕਦੇ, ਛੋਟੇ ਕਰ ਲਓ। ਜੇ ਛੋਟੇ ਵੀ ਨਹੀਂ ਕਰ ਸਕਦੇ, ਜ਼ੂਮ ਤੇ ਗੱਲ ਕਰ ਲਓ ਜਾਂ ਲਿਖ ਲਓ ਜਾਂ ਕੁਝ ਕਹਿ ਦਿਓ। ਬਲੈਕ ਲਾਈਵਜ਼ ਮੈਟਰ ਨਾਲ ਮੋਢੇ ਨਾਲ ਮੋਢਾ ਲਾਓ। ਮੂਲ ਵਾਸੀ ਨਾਲ ਜਾਤੀ ਹੋ ਰਹੀ, ਉਹਨਾਂ ਨਾਲ ਖੜੇ ਹੋਵੋ। ਸਿਰਫ ਆਪਣੀ ਗੱਲ ਨਾ ਕਰੋ, ਉਹਨਾਂ ਨਾਲ ਵੀ ਖੜੇ ਹੋ। ਕਿਉਂਕਿ ਗਦਰੀਆਂ ਦੇ ਵੀ ਸੋਚ ਇਹ ਸੀ ਨਾ, ਇੱਕ ਤੇ ਹਮਲਾ, ਸਭ ਤੇ ਹਮਲਾ। ਹਾਂਜੀ, ਉਹ ਵਾਲੀ ਸਪਿਰਿਟ ਅਲੋਪ ਹੁੰਦੀ ਜਾ ਰਹੀ, ਉਹਨੂੰ ਦੁਬਾਰਾ ਸੁਰਜੀਤ ਕਰਨ ਦੀ ਲੋੜ ਆ ਤੇ ਅੱਜ ਦੀਆਂ ਜਾਤੀਆਂ ਦੇ ਪੈਰਾ ਦੇਣ ਦੀ ਲੋੜ ਆ, ਤਾਂ ਜੋ ਇਹ ਨਾ ਹੋ। ਬਿਲਕੁਲ। ਜਿਹੜੀ ਜਿਸ ਤਰ੍ਹਾਂ ਦੀ ਰੰਗ ਨਸਲ ਦੀ ਨੀਤੀ ਜਾਂ ਨਸਲਵਾਦ ਦੀ ਨੀਤੀ ਹੈ, ਉਹ ਵਿਸ਼ਵ ਦਾ ਬੜਾ ਖਤਰਨਾਕ ਵਰਤਾਰਾ ਹੈ। ਜਦੋਂ ਅਸੀਂ ਅਕਸਰ ਕਈ ਵਾਰ ਕਈ ਗੱਲਾਂ ਕਰਦੇ ਹਾਂ, ਉਹਨਾਂ ਦੇ ਵਿੱਚ ਲਾਈਨਾਂ ਦੇ ਵਿਚਕਾਰ ਸਾਨੂੰ ਪੜ੍ਹਨ ਦਾ ਮੌਕਾ ਮਿਲੇ ਤਾਂ ਅਸੀਂ ਖਿਆਲ ਰੱਖੀਏ। ਹੁਣ ਮੈਂ ਇੱਕ ਚੀਜ਼ ਪੜ੍ਹ ਰਿਹਾ ਸੀ ਅੱਜ, ਬੜੇ ਇੰਟਲੈਕਚੁਅਲ ਲੈਵਲ 'ਤੇ ਸਾਡੇ ਜਿਹੜੇ ਦਰਸ਼ਕ ਨੇ ਉਸ ਨੂੰ ਵਿਚਾਰ ਸਕਦੇ ਨੇ ਕਿ ਅਸੀਂ ਅਕਸਰ ਸ਼ਬਦ ਇੱਕ ਵਰਤਦੇ ਹਾਂ, ਉਹ ਸ਼ਬਦ ਸਾਡੀ ਜ਼ੁਬਾਨ 'ਤੇ ਚੜ੍ਹਿਆ ਹੋਇਆ। ਕਿਸੇ ਨੂੰ ਅਸੀਂ ਕੋਈ ਟਿੱਪਣੀ ਕਰਨੀ ਹੁੰਦੀ ਹੈ ਤਾਂ ਕਹਿੰਦੇ ਹਾਂ ਕਿ ਤੇਰਾ ਦਿਲ ਕਾਲਾ, ਇਹ ਲਫ਼ਜ਼ ਸਾਡਾ ਅਕਸਰ ਜ਼ੁਬਾਨ 'ਚ। ਬਿਲਕੁਲ। ਤੇ ਕਈ ਵਾਰ ਕਿਸੇ ਨੇ ਆਪਣੀ ਦਾੜੀ ਸਿਆਹ ਕੀਤੀ ਹੁੰਦੀ ਹੈ ਕਾਲੀ, ਉਹਨੂੰ ਕੋਈ ਕਵੇ ਕਿਉਂ ਵੀ ਇਹ ਕਾਲ ਕਿਉਂ ਮਨੀਏ, ਉਹ ਕਹਿੰਦਾ ਚੱਲ ਮੈਂ ਦਾੜੀ ਕਾਲੀ ਕੀਤੀ, ਮੇਰਾ ਦਿਲ ਤਾਂ ਨਹੀਂ ਕਾਲਾ। ਕਾਲਾ ਸ਼ਬਦ ਉਹ ਵਰਤੇ ਜ਼ੋਰ ਦੇ ਕੇ, ਕਾਲਾ ਸ਼ਬਦ ਨਾ। ਇਹਦਾ ਮਤਲਬ ਇਹ ਹੈ ਕਿ ਦਿਲ ਦਾ ਰੰਗ ਕਾਲਾ ਹੋਣਾ ਇਹ ਆਪਣੇ ਆਪ ਦੇ ਵਿੱਚ ਮਾੜਾ ਹੋਣਾ। ਤੁਸੀਂ ਇਹ ਕਹੋ ਕਿ ਦਿਲ ਤੇਰਾ ਖੋਟਾ ਹੈ, ਤੁਸੀਂ ਇਹ ਕਹੋ ਦਿਲ ਦਾ ਮਾੜਾ, ਦਿਲ ਦਾ ਸਾਫ਼ ਨਹੀਂਗਾ, ਦਿਲ ਦਾ ਸਾਫ਼ ਨਹੀਂ। ਦਿਲ ਨੂੰ ਕਾਲਾ ਕਹਿ ਕੇ, ਕਾਲੇ ਨੂੰ ਤੁਸੀਂ ਮਾੜਾ ਕਹਿ ਕੇ ਤੀਜੇ ਥਾਂ ਤੇ ਜਾ ਕੇ ਐਕਚੁਅਲੀ ਨਸਲਵਾਦ ਦਾ ਹੀ ਪਸਾਰਾ ਕਰ ਰਹੇ ਹੋ। ਨਹੀਂ, ਬਿਲਕੁਲ ਇਹ ਗੱਲ ਤੁਹਾਡੀ ਬੜੀ ਬਿਲਕੁਲ ਵਾਜਬ ਹੈ ਔਰ ਤੁਹਾਡਾ ਗਿਲਾ ਵੀ ਬਿਲਕੁਲ ਸਹੀ ਹੈ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਇਸ ਦਿਨ ਟਾਕਰ ਦੀ ਇੱਕ ਹੋਰ ਬੜੀ ਖੂਬਸੂਰਤ ਗੱਲ ਇੱਕ ਸਿਆਹ ਨਸਲ ਦੇ ਬੁੱਧੀਜੀਵੀ ਨੇ ਮੈਨੂੰ ਦੱਸੀ ਰੇਡੀਓ ਇੰਟਰਵਿਊ ਦੌਰਾਨ। ਉਹ ਕਹਿੰਦਾ ਕਿ ਇਸ ਤਰ੍ਹਾਂ ਕਿ ਜਿਹੜਾ ਪਿਆਨੋ ਹੈ, ਉਹਦੇ ਦੋਨੇ ਤਰ੍ਹਾਂ ਦੀਆਂ ਕੁੰਜੀਆਂ ਹੁੰਦੀਆਂ, ਚਿੱਟੀਆਂ ਤੇ ਕਾਲੀਆਂ। ਜਦੋਂ ਉਹਨਾਂ ਰਲ ਕੇ ਵਜਾਓ ਤੇ ਬਹੁਤ ਸੋਹਣੀ ਧੁਨ ਨਿਕਲਦੀ ਹੈ। ਉਹ ਸਾਨੂੰ ਉਹ ਮਿਸਾਲ ਦੀ ਲੋੜ ਹੈ ਇਸ ਵੇਲੇ। ਸੋ ਇਹ ਕਾਲੇ ਸਿਆਹ ਦਾ ਜਿਹੜਾ ਭਿੰਨ ਭੇਦ ਔਰ ਫਿਰ ਚਿੱਟੇ ਰੰਗ ਨੂੰ ਉੱਤਮ ਮੰਨਣਾ, ਕਾਲੇ ਨੂੰ ਨੀਵਾਂ ਮੰਨਣਾ, ਇਹ ਘਟੀਆ ਸੋਚ ਹੈ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬਸਤੀਵਾਦ ਕਰਕੇ ਵੀ ਭਾਰਤ ਵਿੱਚ ਇਸ ਗੱਲ ਨੂੰ ਕਬੂਲਿਆ ਗਿਆ। ਗੋਰੇ ਰੰਗ ਦੀ ਉੱਚਤਾ ਤੇ ਉੱਤਮਤਾ ਨੂੰ ਬੜਾ ਪ੍ਰਚਾਰਿਆ ਜਾਂਦਾ। ਗੋਰੇ ਰੰਗ ਨੂੰ ਪੰਜਾਬੀ ਗਾਣਿਆਂ 'ਚ ਕੀ ਆਪਣਾ ਈਵਨ ਬਾਲੀਵੁੱਡ ਇੰਡਸਟਰੀ 'ਚ ਵੀ ਗੋਰੇ ਰੰਗ ਦੀ ਉੱਚਤਾ ਤੇ ਉੱਤਮਤਾ ਉੱਤੇ ਕਾਇਲ ਹੋਏ ਲੋਕੀ। ਤੇ ਜਿਹੜਾ ਭਾਰਤ ਦਾ ਆਪਣਾ ਰੰਗ ਸੀ, ਖੂਬਸੂਰਤੀ ਦਾ ਪ੍ਰਤੀਕ, ਭੂਰਾ ਰੰਗ, ਉਹਨੂੰ ਪਿੱਛੇ ਧੱਕ ਦਿੱਤਾ ਗਿਆ ਹਾਸ਼ੀਆ। ਹੁਣ ਕੁਝ ਤਬਦੀਲੀ ਉਸ 'ਚ ਵੀ ਆਉਣੀ ਸ਼ੁਰੂ ਹੋਈ ਆ ਜੀ, ਪਰ ਫਿਰ ਵੀ ਇਸ ਦੇ ਉੱਤੇ ਕੰਮ ਅਜੇ ਕਾਫੀ ਕਰਨ ਵਾਲਾ। ਮੈਂ ਦੂਸਰੇ ਪਾਸੇ ਦੇਖ ਰਿਹਾ ਸੀ, ਇਹ ਰਿਵਰਸ ਰੇਸਿਜ਼ਮ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ। ਜਦੋਂ ਹੁਣ ਪ੍ਰੋਟੈਸਟ ਚੱਲ ਰਹੇ ਸੀ ਤੇ ਜਿਨ੍ਹਾਂ ਦੇ ਵਿੱਚ ਸਿਆਹ ਲੋਕ ਇਹ ਜਿਹੜਾ ਜਾਰਜ ਫਲੋਇਡ ਦੇ ਮਾਮਲੇ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਸੀ, ਤਾਂ ਇੱਕ ਐਂਟੀ ਪ੍ਰੋਟੈਸਟ ਵਾਲੇ ਵਿਅਕਤੀ, ਗੋਰੇ ਵਿਅਕਤੀ ਦੇ ਸੱਟਾਂ ਲੱਗੀਆਂ। ਤੇ ਉਹ ਤਸਵੀਰ ਅੱਜ ਜਿਹੜੀ ਜਨਤਕ ਵਾਇਰਲ ਹੋਈ ਹੈ, ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਦੇਖੀ ਵੀ ਹੋਣੀ ਹੈ। ਤਾਂ ਉਹ ਸਿਆਹ ਮੂਲ ਦਾ ਜਿਹੜਾ ਵਿਅਕਤੀ ਹੈ, ਉਸਨੇ ਉਹ ਜ਼ਖਮੀ ਇੱਕ ਚਿੱਟੇ ਰੰਗ ਦੇ ਵਿਅਕਤੀ ਨੂੰ ਮੋਢੇ ਤੇ ਚੱਕਿਆ ਹੋਇਆ ਤੇ ਭੀੜ ਤੋਂ ਬਚਾ ਕੇ ਲਿਜਾ ਰਿਹਾ ਤਾਂ ਕਿ ਉਸ ਦਾ ਨੁਕਸਾਨ ਨਾ ਹੋਵੇ। ਉਹਦੇ ਮੋਢੇ ਤੇ ਉਹ ਗੋਰਾ ਵਿਅਕਤੀ ਚੱਕਿਆ ਹੋਇਆ। ਹੁਣ ਇੱਕ ਮਿਸਾਲ ਹੈ ਕਿ ਰੰਗ ਗੋਰਾ ਹੋਣਾ ਵੀ, ਗੋਰੇ ਰੰਗ ਵਾਲੇ ਜਾਂ ਚਿੱਟੇ ਰੰਗ ਵਾਲੇ, ਇਹਦਾ ਮਤਲਬ ਨਹੀਂ ਕਿ ਉਹ ਨਸਲਵਾਦੀ ਨੇ ਸਾਰੇ। ਬਹੁਤ ਵਿੱਚੋਂ ਬਿਹਤਰੀਨ ਸੋਚ ਦੇ ਮਾਲਕ ਨੇ। ਜਿਵੇਂ ਮੈਂ ਇਹ ਕਾਲੇ ਦਿਲ ਵਾਲੀ ਗੱਲ ਕੀਤੀ, ਇੱਕ ਸਾਡੇ ਅੰਦਰ ਹੋਰ ਚੀਜ਼ ਜਿਹੜੀ ਕਰ ਚੁੱਕੀ ਹੈ, ਜਿਹੜਾ ਕਿ ਇੱਕ ਸ਼ਾਬਦਿਕ ਨਸਲਵਾਦ ਹੈ, ਬੋਲਾਂ ਦਾ ਨਸਲਵਾਦ ਹੈ। ਅਸੀਂ ਕਹਿੰਦੇ ਹਾਂ ਲਹੂ ਜਿਹੜਾ ਨਾ, ਲਹੂ ਦੇ ਬਾਰੇ ਵੀ ਜਿਹੜਾ ਵਿਅਕਤੀ ਚੰਗਾ ਨਾ ਹੋਵੇ, ਜਿਹੜਾ ਕਿਸੇ ਦੇ ਲਈ ਕੁਝ ਕਰ ਨਾ ਸਕੇ, ਉਹਨੂੰ ਕਹਿੰਦੇ ਤੇਰਾ ਲਹੂ ਚਿੱਟਾ ਹੋ ਗਿਆ। ਚਿੱਟਾ ਲਹੂ ਕਹਿਣਾ, ਜਦ ਕਿ ਇਹ ਕਹੋ ਵੀ ਤੇਰੇ ਲਹੂ ਦੀ ਜਿਹੜੀ ਪ੍ਰਤੱਖਤਾ ਜਾਂ ਉਹਦੀ ਸਵੱਛਤਾ ਉਹ ਰਹੀ ਨਹੀਂ, ਭਾਵ ਤੇਰੇ ਅੰਦਰ ਮਾੜਾਪਣ ਆ ਗਿਆ। ਪਰ ਲਹੂ ਚਿੱਟਾ ਹੋਣਾ ਵੀ ਇੱਕ ਚਿੱਟੇ ਨਸਲ ਨੂੰ ਗਾਲ ਹੀ ਹੈ। ਇਸ ਤਰ੍ਹਾਂ ਦੀ ਜਿਹੜੇ ਸਾਡੇ ਸਾਹਿਤਕਾਰ, ਮੈਂ ਖਾਸ ਤੌਰ 'ਤੇ ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ, ਸਾਡੇ ਗਾਇਕ, ਗੋਰਾ ਰੰਗ, ਚਿੱਟਾ ਰੰਗ, ਉਹਦੀ ਸਵੱਛਤਾ, ਉਹਦੇ 'ਤੇ ਗੀਤ ਲਿਖੀ ਜਾਣੇ। ਅੱਛਾ, ਕਈ ਕਮਲੇ ਅਜੇ ਵੀ ਲਿਖੀ ਜਾਂਦੇ ਨੇ। ਮੈਂ ਹੈਰਾਨ ਹਾਂ ਵੀ ਹੁਣ ਤਾਂ ਸਮਾਂ ਬਦਲ ਗਿਆ, ਹੁਣ ਉਹ ਬੰਦ ਕਰੋ। ਪਰ ਸਾਡੀ ਸੋਚ ਅਜੇ ਵੀ ਉਸੇ ਦੇ ਵਿੱਚ ਹੀ ਕਿਸ ਨੂੰ ਕਿੱਥੇ ਰੱਖਣਾ, ਇਹ ਨਸਲਵਾਦ ਦਾ ਪਸਾਰਾ ਕਰ ਰਹੀ ਹੈ। ਉਹ ਦੱਸੀ ਆਈ ਜਿਵੇਂ ਮਿਸਾਲ ਪਰ ਸੀ ਕਿ ਪੰਜਾਬ ਪੁਲਿਸ ਨੇ ਦਸਤਾਵੇਜ਼ ਵਿੱਚ ਕੁਝ ਸਿਆਹ ਨਸਲ ਦੇ ਲੋਕਾਂ ਬਾਰੇ ਉਹ ਟਿੱਪਣੀ ਇਸਤੇਮਾਲ ਕੀਤੀ ਜਿਹੜੀ ਕਿ ਦੁਨੀਆ ਭਰ 'ਚ ਨਕਾਰੀ ਜਾ ਚੁੱਕੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਝਾੜ ਪਾਈ। ਉਹਦਾ ਮਤਲਬ ਹੀ ਇਹ ਸੀ ਕਿ ਅੱਜ ਵੀ ਨਸਲਵਾਦ ਸਾਡੇ 'ਚ ਜਾਰੀ ਹੈ ਔਰ ਕਿਧਰੇ ਨਾ ਕਿਧਰੇ ਬਸਤੀਵਾਦ ਦੇ ਕਰਕੇ ਗੋਰੇ ਰੰਗ ਦੀ ਉੱਚਤਾ ਤੇ ਉੱਤਮਤਾ ਦੀ ਗੱਲ ਸਾਡੇ ਮਨਾਂ 'ਚ ਬਹਿ ਗਈ। ਮੈਨੂੰ ਯਾਦ ਹੈ, ਮੈਂ ਖਾਲਸਾ ਕਾਲਜ ਚੰਡੀਗੜ੍ਹ ਪੜ੍ਹਦਾ ਸੀਗਾ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਹੈ। ਸਾਡੇ ਕਾਲਜ ਵਿੱਚ ਅਫਰੀਕੀ ਮੂਲ ਦੇ ਵਿਦਿਆਰਥੀ ਬਹੁਤ ਸੀਗੇ। ਹਾਂਜੀ, ਕਈ ਵਾਰੀ ਮੈਂ ਵੇਖਦਾ ਸੀ ਉਹਨਾਂ ਦਾ ਵਿਤਕਰਾ ਹੁੰਦਾ ਸੀ ਉੱਥੇ। ਸਾਡੇ ਆਪਣੇ ਭਾਈਚਾਰੇ ਦੇ ਲੋਕ ਆਪਣੇ ਆਪ ਨੂੰ ਬਹੁਤ ਸੁਪੀਰੀਅਰ ਸਮਝਦੇ ਕਿ ਸਾਡੀ ਚਮੜੀ ਦਾ ਰੰਗ ਭੂਰਾ ਆ, ਅਸੀਂ ਸ਼ਾਇਦ ਇਹਨਾਂ ਨਾਲੋਂ ਜ਼ਿਆਦਾ ਵਧੀਆ।
ਗਾਂਧੀ ਨੇ ਵੀ ਇਹੀ ਦਿੱਕਤਾਂ ਪੈਦਾ ਕੀਤੀਆਂ ਅਫਰੀਕਾ ਵਿੱਚ, ਇਸ ਤਰ੍ਹਾਂ ਦਾ ਭਿੰਨ ਭੇਦ ਕਿ ਜਿਹੜੇ ਅਸੀਂ ਸੁਪੀਰੀਅਰ ਆ ਸਾਨੂੰ ਰਿਆਇਤਾਂ ਦਿੱਤੀਆਂ ਜਾਣ। ਉਹ ਕਦੇ ਨਿੱਠ ਕੇ ਨਸਲਵਾਦ ਦੇ ਖਿਲਾਫ ਨਹੀਂ ਖੜਾ ਹੋਇਆ। ਇਸੇ ਕਰਕੇ ਤੁਸੀਂ ਦੇਖਿਆ ਉਹਦੇ ਬੁੱਤ ਦੇ ਉੱਤੇ ਹਮਲਾ ਹੋਇਆ ਅਮਰੀਕਾ 'ਚ। ਹਾਂਜੀ, ਕਿਉਂਕਿ ਜਦੋਂ ਲੋਕਾਂ ਦੇ ਮਨਾਂ 'ਚ ਰੋਹ ਹੋਵੇ ਉਹ ਨਕਾਰਨਗੇ ਉਹਨਾਂ ਸਾਰਿਆਂ ਨੂੰ। ਬਿਲਕੁਲ। ਕੋਲੰਬਸ ਨੂੰ ਜਿੰਨਾ ਮਰਜ਼ੀ ਕਹੀ ਜਾਓ, ਉਸਨੇ ਆ ਕੇ ਇੱਥੇ ਅਮਰੀਕਾ ਨੂੰ ਲੱਭਿਆ ਸੀ। ਪਹਿਲੀ ਗੱਲ ਉਹ ਭੁੱਲੜ ਕਿਸਮ ਦਾ ਖੋਜੀ ਸੀਗਾ, ਗਿਆ ਤਾਂ ਭਾਰਤ ਲੱਭਣ ਸੀ, ਆ ਇੱਧਰ ਗਿਆ, ਇਹਨੂੰ ਉਸਨੇ ਆਪਣਾ ਲੱਭਦਾ ਜਿਹੜਾ ਇੰਡੀਆ ਨੂੰ, ਇਹਨੂੰ ਇੰਡੀਆ ਕਹਿ ਕੇ ਤੇ ਇੰਡੀਅਨ ਕਹਿਣ ਲੱਗ ਪਿਆ ਲੋਕਾਂ ਨੂੰ। ਔਰ ਦੂਜਾ ਵੈਸੇ ਵੀ ਉਹ ਇੱਕ ਤਰੀਕੇ ਨਾਲ ਬਸਤੀਵਾਦੀ ਦਾ ਅੱਗ ਬਾਣੂ ਸੀਗਾ। ਸੋ ਉਹਨੂੰ ਲੋਕੀ ਕਿਉਂ ਪੂਜਣਗੇ, ਸਵਾਲ ਪੈਦਾ ਹੁੰਦਾ। ਬਿਲਕੁਲ ਸਹੀ। ਸੋ ਅੱਜ ਲੋਕ ਨਵੇਂ ਦ੍ਰਿਸ਼ਟੀਕੋਣ ਅਪਣਾ ਰਹੇ ਨੇ, ਉਹਨਾਂ ਦੀ ਲੋਕਾਂ ਦੀ ਵੇਦਨਾ ਸਮਝੋ। ਮੈਂ ਤਾਂ ਹੈਰਾਨ ਹਾਂ ਕਿ ਸਾਡੇ ਭਾਰਤ ਵਿੱਚ ਕਈ ਸੋ ਕਾਲਡ ਬੁੱਧੀਜੀਵੀ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਇਹ ਰਵਾਇਤੀ ਗਲਤ ਹੈ, ਬੁੱਤ ਨਹੀਂ ਢਾਉਣੇ ਚਾਹੀਦੇ। ਕਮਾਲ ਦੀ ਗੱਲ ਹੈ ਤੁਹਾਡੇ ਵਾਲੀ। ਜਦੋਂ ਬਾਬਰੀ ਮਸਜਿਦ ਢੱਠੀ ਸੀ ਤੁਸੀਂ ਕਿੱਥੇ ਸੀਗੇ? ਉਦੋਂ ਤੁਸੀਂ ਬੋਲੇ ਨਹੀਂ ਗਏ, ਮੂੰਹ 'ਚ ਤੁਹਾਡੇ ਘੂਣੀਆਂ ਪੈ ਗਈਆਂ ਸੀਗੀਆਂ। ਸੋ ਕਹਿਣ ਦਾ ਮਤਲਬ ਕਿ ਇਹ ਇੱਦਾਂ ਉਹਨਾਂ ਦੀ ਭਾਵਨਾ ਸਮਝੋ ਲੋਕਾਂ ਦੀ, ਉਹ ਹੈ ਕੀ। ਜਿੱਥੋਂ ਤੁਸੀਂ ਗੱਲ ਪਹਿਲਾਂ ਵੀ ਕੀਤੀ ਹੈ, ਇਸ ਦੇ ਦੋ ਪਹਿਲੂ ਨੇ, ਖਾਸ ਤੌਰ ਤੇ ਕੋਲੰਬਸ ਵਾਲੀ ਗੱਲ ਤੋਂ ਪਹਿਲਾਂ ਉਹ ਗੱਲ ਕਿ ਜਿਹੜੇ ਬੁੱਤ ਨੇ ਜਿਨ੍ਹਾਂ ਵਿਅਕਤੀਆਂ ਦੇ ਤਸ਼ੱਦਦ ਕਰਨ ਵਾਲਿਆਂ ਦੇ, ਜੇ ਨਿਊ ਵੈਸਟ ਦੇ ਸਾਹਮਣੇੋਂ ਇੱਕ ਤਸ਼ੱਦਦ ਕਰਨ ਵਾਲੇ ਜੱਜ ਦਾ ਬੁੱਤ ਲਾਇਆ ਗਿਆ, ਜੇ ਪਾਰਲੀਮੈਂਟ ਵਿਧਾਨ ਸਭਾ ਵਿਕਟੋਰੀਆ ਦੇ ਮੂਹਰਿਓਂ ਬੁੱਤ ਹਟਾਇਆ ਗਿਆ ਤੇ ਇੱਕ ਜਿਹੜਾ ਬਦਲਵਾ ਰੂਪ ਆਇਆ, ਜੇ ਅੱਜ ਅਸੀਂ ਇਹਨਾਂ ਦੇ ਬੁੱਤਾਂ ਨੂੰ ਘੜੀਸ ਕੇ ਲੋਕ ਸੁੱਟ ਰਹੇ ਨੇ, ਜਿਹੜੇ ਚਾਹੇ ਇੰਗਲੈਂਡ ਦੇ ਵਿੱਚ ਨੇ ਚਾਹੇ ਅਮਰੀਕਾ 'ਚ ਨੇ, ਤੇ ਉਹ ਦਿਨ ਜ਼ਰੂਰ ਆਏਗਾ ਜਿਹੜੇ ਭਾਰਤ ਦੇ ਵਿੱਚ ਵੀ ਤਸ਼ੱਦਦ ਕਰਨ ਵਾਲੇ, ਜ਼ੁਲਮ ਕਰਨ ਵਾਲੇ ਲੋਕ ਨੇ, ਉਹਨਾਂ ਦੇ ਖਿਲਾਫ ਇਹ ਮੁਹਿੰਮ ਚੱਲੇਗੀ। ਜੇ ਮਨੂ ਸਮ੍ਰਿਤੀ ਵਾਲੇ ਮਨੂਵਾਦੀ ਆ, ਉਹਦਾ ਨਤੀਜਾ ਭੁਗਤਣਾ ਪਏਗਾ। ਜਿਹੜੀ ਵਿਧਾਨ ਸਭਾ ਜਾਂ ਹਾਈ ਕੋਰਟ ਹੈ, ਹਾਈ ਕੋਰਟ ਦੇ ਬਾਹਰ ਲੱਗਿਆ ਉਹ ਬੁੱਤ ਜਿਹੜਾ ਹੈ ਕਿਵੇਂ ਪ੍ਰਵਾਨ ਹੋ ਸਕਦਾ। ਇਸੇ ਤਰੀਕੇ ਨਾਲ ਪੰਜਾਬ 'ਚ ਜ਼ੁਲਮ ਕਰਨ ਵਾਲੇ ਜ਼ਕਰੀਆ ਕਿਸਮ ਦੇ ਜਿਹੜੇ ਸੋਚ ਦੇ ਮਾਲਕ ਜ਼ਾਲਮ ਨੇ, ਚਾਹੇ ਉਹ ਪੰਜਾਬ ਦੇ ਵਿੱਚ ਬੇਅੰਤ ਸਿੰਘ ਵਰਗਿਆਂ ਦੇ ਬੁੱਤ ਲੱਗੇ ਹੋਏ ਨੇ, ਜਾਂ ਰਾਜੀਵ ਗਾਂਧੀ ਦਾ ਬੁੱਤ ਹੈ, ਜਾਂ ਇੰਦਰਾ ਗਾਂਧੀ ਦਾ ਬੁੱਤ ਹੈ, ਜਾਂ ਅੱਜ ਦੇ ਜਿਹੜੇ ਇਹ ਨੇਤਾ ਨੇ, ਇਹਨਾਂ ਦਾ ਵੀ ਹਸ਼ਰ ਕਦੇ ਸਮਾਂ ਆਏਗਾ। ਪਰ ਜਿਹੜੀ ਮੌਜੂਦਾ ਸਮੇਂ ਸੰਕਟ ਦੀ ਸਥਿਤੀ ਉਹ ਇਹ ਬਣੀ ਹੋਈ ਹੈ ਕਿ ਅਸੀਂ ਇਤਿਹਾਸ ਦੇ ਵਿਦਿਆਰਥੀ ਹੋ ਕੇ ਇਤਿਹਾਸ ਨੂੰ ਕਿਵੇਂ ਦੇਖਦੇ ਹਾਂ। ਸਾਨੂੰ ਇਹ ਤਾਂ ਨਜ਼ਰ ਆ ਰਿਹਾ ਵਿਦਵਾਨਾਂ ਨੂੰ ਜਾਂ ਇੰਟੈਲੈਕਚੁਅਲ ਵਰਗ ਨੂੰ ਕਿ ਬੁੱਤ ਜਿਹੜੇ ਆ ਕੋਲੰਬਸ ਜਾਂ ਇਹਨਾਂ ਦੇ ਨਹੀਂ ਲਾਉਣੇ ਚਾਹੀਦੇ, ਪਰ ਕੋਲੰਬਸ ਇੱਕ ਬਸਤੀਵਾਦੀ ਸੋਚ ਨੂੰ ਉਸ ਵੇਲੇ ਪ੍ਰਗਟਾ ਰਿਹਾ ਸੀ। 1491 ਤੋਂ ਲੈ ਕੇ 98 ਤੱਕ ਦਾ ਦੌਰ ਤੁਸੀਂ ਪੜ੍ਹੋ ਇਤਿਹਾਸ ਦਾ, ਜਦੋਂ ਇਹ ਆਉਂਦੇ ਨੇ, ਚਾਹੇ ਕੋਲੰਬਸ ਹੈ, ਚਾਹੇ ਵਾਸਕੋ ਡੀ ਗਾਮਾ, ਚਾਹੇ ਕੋਈ ਵੀ ਨੇ, ਉਸੇ ਵੇਲੇ ਮੁਰਸ਼ਿਦੇ ਆਲਮ ਗੁਰੂ ਨਾਨਕ ਸਾਹਿਬ ਆਪਣੀਆਂ 4 ਉਦਾਸੀਆਂ ਦੇ ਚੱਲੇ ਹੋਏ ਸੀ ਤੇ ਉਹ ਦੁਨੀਆ ਨੂੰ ਜ਼ਿੰਦਗੀ ਦਾ ਰਾਹ ਦੱਸ ਰਹੇ ਸੀ, ਮਨੁੱਖ ਨੂੰ ਮਨੁੱਖ ਬਣਨ ਦੀ ਸੋਚ ਦੱਸ ਰਹੇ ਸੀ। ਉਹ ਜਾ ਕੇ ਕਹਿ ਰਹੇ ਸੀ, ਭਾਈ ਧਰਤੀ ਇਕੱਲੀ ਬਸਤੀ ਦੇ ਵਾਸਤੇ ਖੋਜਣੀ ਇਹ ਬੜੀ ਨਾਹਿਦ ਹੈ, ਗਲਤ ਹੈ, ਤੁਸੀਂ ਮਨੁੱਖ ਬਣੋ ਜਿੱਥੇ ਜਿੱਥੇ ਵੀ ਹੋ। ਸੋ ਫਰਕ ਦੇਖੋ ਕਿੰਨਾ ਵੱਡਾ, ਬਹੁਤ ਵੱਡਾ ਫਰਕ ਹੈ ਗੁਰਦਸ ਸਿੰਘ ਜੀ। ਕਿਉਂਕਿ ਕੋਲੰਬਸ ਤਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉਹ ਬਸਤੀਵਾਦੀ ਦਾ ਅੱਗ ਬਾਣੂ ਸੀ ਜੀ। ਉਹਨਾਂ ਨੇ ਨਵੀਂ ਬਸਤੀ ਬਣਾਉਣੀ ਸੀ, ਉਸ ਦੀ ਉਸਾਰੀ ਕਰਨੀ ਸੀ। ਉਹ ਨੇਸ਼ਨ ਸਟੇਟ ਪ੍ਰੋਜੈਕਟ ਦੇ ਤਹਿਤ ਉਸ ਨੂੰ ਅੱਗੇ ਤੋਰਨ ਲਈ ਇੱਧਰ ਆਇਆ। ਗੁਰੂ ਨਾਨਕ ਸਾਹਿਬ ਦਾ ਮੁਹੱਬਤ ਦਾ ਸੁਨੇਹਾ ਲੈ ਕੇ ਗਏ। ਬਿਲਕੁਲ, ਉਹਦਾ ਕੋਈ ਕੰਪੈਰੀਜ਼ਨ ਨਹੀਂ ਬਣਦਾ। ਬਿਲਕੁਲ। ਬਾਕੀ ਜਿਹੜਾ ਭਾਰਤ ਵਿੱਚ ਜਿਹੜਾ ਟ੍ਰੈਂਡ ਚੱਲ ਰਿਹਾ ਉਹਦੇ 'ਚ ਪੱਖਪਾਤ ਆ। ਜਿਹੜਾ ਹੁਣ ਔਰੰਗਜ਼ੇਬ ਦੇ ਨਾਂ ਤੇ ਸੜਕ ਸੀ ਦਿੱਲੀ 'ਚ, ਉਸ ਦਾ ਨਾਂ ਆਖਿਆ ਜੀ ਬਦਲਿਆ ਜਾਵੇ, ਪਰ ਕੱਲਾ ਔਰੰਗਜ਼ੇਬ ਦਾ ਕਿਉਂ ਬਦਲਿਆ ਜਾਵੇ? ਰਾਜੀਵ ਗਾਂਧੀ ਦੇ ਨਾਂ ਤੇ ਏਅਰਪੋਰਟ ਉਹ ਵੀ ਨਹੀਂ ਹੋਣਾ ਚਾਹੀਦਾ, ਇੰਦਰਾ ਗਾਂਧੀ ਦੇ ਨਾਂ ਤੇ ਵੀ ਏਅਰਪੋਰਟ ਨਹੀਂ ਹੋਣਾ ਚਾਹੀਦਾ। ਕਈਆਂ ਨੂੰ ਉਹਨਾਂ ਨਾਵਾਂ ਤੋਂ ਵੀ ਪਰੇਸ਼ਾਨੀ ਔਰ ਜਾਇਜ਼ ਪਰੇਸ਼ਾਨੀ ਹੈ ਜੀ। ਇਸੇ ਤਰ੍ਹਾਂ ਜਦੋਂ ਇਹਦਾ ਸੈਫ ਤੇ ਕਰੀਨਾ ਦਾ ਬੇਟਾ ਹੋਇਆ ਤੈਮੂਰ, ਉਹਦਾ ਨਾਂ ਤੈਮੂਰ ਰੱਖਿਆ ਗਿਆ। ਬੀਜੇਪੀ ਵਾਲਿਆਂ ਨੂੰ ਬਹੁਤ ਡੰਗ ਲੱਗਾ ਕਿ ਤੈਮੂਰ ਨਾਂ ਕਿਉਂ ਰੱਖਿਆ, ਇੱਕ ਜ਼ਾਲਮ ਦਾ ਨਾਂ ਸੀਗਾ। ਫਿਰ ਜਿਨ੍ਹਾਂ ਬੱਚਿਆਂ ਦੇ ਨਾਂ ਨਰਿੰਦਰ ਨੇ ਜਾਂ ਰਾਜੀਵ ਨੇ ਉਹ ਵੀ ਬਦਲ ਦਿਓ, ਉਹ ਵੀ ਤਾਂ ਜ਼ਾਲਮ ਨੇ। ਸੋ ਇਹ ਗੱਲਾਂ ਦੇ ਉੱਤੇ ਲੋਕੀ ਵਿਚਾਰ ਕਰਨ। ਬਿਲਕੁਲ ਜੀ। ਗੁਰਪ੍ਰੀਤ ਸਿੰਘ ਜੀ, ਜਿਸ ਤਰ੍ਹਾਂ ਜਿਸ ਵਿਸ਼ੇ ਨੂੰ ਲੈ ਕੇ ਤੁਸੀਂ ਬੜੀ ਵਿਸਤਾਰ 'ਚ ਨੁਕਤੇ ਦੀ ਗੱਲ ਕੀਤੀ ਹੈ, ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ। ਮਿਹਰਬਾਨੀ, ਸ਼ੁਕਰੀਆ। ਸੋ ਅਖੀਰ ਦੇ ਵਿੱਚ ਇਹੀ ਗੱਲ ਹੈ ਕਿ ਇਤਿਹਾਸ ਦੀਆਂ ਮਾਫੀਆਂ ਤੋਂ ਗੱਲ ਚੱਲੀ, ਉਹ ਬਿਲਕੁਲ ਜਾਇਜ਼ ਨੇ, ਉਹ ਮਾਫੀਆਂ ਹੋਣੀਆਂ ਵੀ ਚਾਹੀਦੀਆਂ ਨੇ, ਪਰ ਉਹਨਾਂ ਦੇ ਮਾਫੀਆਂ ਦੇ ਅਰਥ ਤਾਂ ਹੀ ਸਾਰਥਕ ਨੇ ਜੇ ਮੌਜੂਦਾ ਸਮੇਂ ਹੋ ਰਹੀਆਂ ਜ਼ਿਆਦਤੀਆਂ ਦੇ ਖਿਲਾਫ ਬੋਲਦੇ ਆ। ਜੇ ਹੁਣ ਮੂੰਹ 'ਚ ਘੁੰਗਣੀਆਂ ਪਾ ਲਈਆਂ, ਜੋ ਹੁਣ ਹੋ ਰਿਹਾ ਉਸ ਦੇ ਖਿਲਾਫ ਨਾ ਬੋਲੇ ਤਾਂ ਲੱਖ ਮਾਫੀਆਂ ਮੰਗੀ ਜਾਓ, ਇਤਿਹਾਸ ਦੇ ਵਿੱਚ ਅਮਰ ਨਹੀਂ ਹੋ ਸਕਦੀ। ਇਤਿਹਾਸ ਨੇ ਫਿਟਕਾਰਾਂ ਪਾਉਣੀਆਂ। ਸਵਾਦ ਇਹ ਹੈ ਕਿ ਇੱਕ ਪੰਨਾ ਹੋਰ ਜੋੜ ਲਓ, ਔਖਾ ਜ਼ਰੂਰ ਹੈ, ਉਸ ਪੰਨੇ ਦੀ ਕੀਮਤ ਤਾਰਨੀ ਪੈਂਦੀ ਹੈ, ਕਿਉਂਕਿ ਮੌਜੂਦਾ ਸਮੇਂ ਦੇ ਸੰਕਟ ਬਾਰੇ ਬੋਲਣਾ ਖਾਲਾ ਜੀ ਦਾ ਬਾੜਾ ਨਹੀਂ। ਸਵਾਦ ਇਹ ਹੈ ਕਿ ਅੱਜ ਅਸੀਂ ਜੇ ਇਹ ਕਹੀਏ ਜੋ ਕਾਮਾਗਾਟਾ ਮਾਰੂ ਦਾ ਹੋਇਆ ਦੁਖਾਂਤ, ਉਸ ਦੇ ਵੀ ਖਿਲਾਫ ਹਾਂ, ਜੋ ਅੱਜ ਦੁਖਾਂਤ ਹੋ ਰਿਹਾ ਉਸ ਦੇ ਵੀ ਖਿਲਾਫ ਹਾਂ। ਸੋ ਇਹ ਸਾਰੇ ਮਸਲਿਆਂ ਨੂੰ ਅੱਜ ਅਸੀਂ ਆਪਣੇ ਮਨ ਦੇ ਵਿੱਚ ਰੱਖ ਕੇ ਰੌਸ਼ਨ ਦਿਮਾਗ ਬਣੀਏ, ਤਾਂ ਹੀ ਸਾਡੀ ਪ੍ਰਾਪਤੀ ਹੋ ਸਕਦੀ ਹੈ। ਤੁਹਾਡਾ ਸਮੂਹ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ 'ਚ ਇੱਕ ਵਾਰ ਫਿਰ ਤਹਿ ਦਿਲੋਂ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।